ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢੋ। ਜੇ ਗੁਰੂ ਘਰ ਤੋਂ ਇਹ ਗੱਲ ਆਊਗੀ ਕਿ ਯੋਗਰਾਜ ਸਿੰਘ ਤੋਂ ਇਲੈਕਸ਼ਨ ਲੜਨੀ ਹੈ, ਜੇ ਕਿਤੇ ਮੇਰੇ ਹੱਥ 'ਚ ਸੱਤਾ ਆ ਗਈ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਦੇਖ ਰਹੇ ਹੋ ਇਸ ਪੰਜਾਬ। ਮੈਂ ਜਿੰਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈ ਹਾਂ ਦਾ ਪੋਲੀਟੀਕਲ ਐਜ। ਤੇ ਆਪਾਂ ਨੂੰ ਪਤਾ ਹੀ ਇਸ ਸ਼ੋਅ ਦੇ ਵਿੱਚ ਆਪਾਂ ਉਹਨਾਂ ਹਸਤੀਆਂ ਨੂੰ ਤੁਹਾਡੇ ਰੂਬਰੂ ਕਰਾਈਦਾ ਆ, ਕਿਤੇ ਨਾ ਕਿਤੇ ਜਾ ਕੇ ਪੋਲੀਟੀਕਲ ਦੇ ਨਾਲ ਉਹ ਜੁੜੇ ਹੁੰਦੇ ਆ। ਤੇ ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਜੁੜੇ ਆ, ਖਾਸ ਸ਼ਖਸੀਅਤ ਜੁੜੇ ਆ ਤੇ ਸਾਡੇ ਨਾਲ ਵਿਰਾਜਮਾਨ ਆ ਸਾਡੇ ਯੋਗਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੀਬਾ ਜੀ, ਆਪਾਂ ਜੇ ਗੱਲ ਕਰੀਏ ਫਿਲਮ ਇੰਡਸਟਰੀ ਦੀ, ਬਹੁਤ ਜਿੱਦਾਂ ਆਪਾਂ ਕਹਿ ਲਈਏ ਕਿ ਨਾਮ ਬਣਿਆ ਤੁਹਾਡਾ, ਬਹੁਤ ਜਿਹੜੇ ਜਿੰਨੇ ਵੀ ਤੁਸੀਂ ਕਰੈਕਟਰ ਕੀਤੇ ਹੈਗੇ ਆ ਬਖੂਬੀ ਦੇ ਨਾਲ ਤੁਸੀਂ ਉਹਨਾਂ ਨੂੰ ਨਿਭਾਇਆ। ਹੁਣ ਪਿਛਲੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਆ, ਉਹਦੇ ਵਿੱਚ ਵੀ ਤੁਸੀਂ ਵੱਧ ਚੜ ਕੇ ਆਪਣਾ ਹਿੱਸਾ ਯੋਗਦਾਨ ਪਾ ਰਹੇ ਹੋ ਵੱਖ-ਵੱਖ ਤਰੀਕਿਆਂ ਦੇ ਨਾਲ। ਹੁਣ ਪਿਛਲੀ ਜਨਵਰੀ ਤੋਂ ਲੈ ਕੇ ਆਪਾਂ ਜੇ ਗੱਲ ਕਰੀਏ ਤੇ ਹੁਣ ਤੱਕ ਕਈ ਕੁਝ ਹੀ ਹੋਇਆ ਆ ਕਿਸਾਨੀ ਅੰਦੋਲਨ ਦੇ ਵਿੱਚ। ਹੁਣ ਫਿਰ ਜਾ ਕੇ ਕਿਸਾਨੀ ਅੰਦੋਲਨ ਜਿਹੜਾ ਹੈਗਾ ਆ ਆਪਣਾ ਰੁੱਖ ਮੋੜ ਕੇ ਫਿਰ ਉਸੇ ਦਿੱਲੀ ਦੇ ਵੱਲ ਨੂੰ ਆਪਾਂ ਜੇ ਗੱਲ ਕਰੀਏ ਅੱਜ ਦੀ ਵੀ ਤਾਂ ਦਿੱਲੀ ਵੱਲ ਨੂੰ ਫਿਰ ਜਿਹੜੇ ਹੈਗੇ ਆ ਕਿਸਾਨ ਆਗੂ, ਕਿਸਾਨ ਜਿਹੜੇ ਹੈਗੇ ਆ ਚਾਲੇ ਪਾ ਲਏ ਆ। ਕਿੱਦਾਂ ਤੁਸੀਂ ਇਹਨੂੰ ਦੇਖਦੇ ਆ ਕਿ ਪਿਛਲੇ 26 ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਜੋ ਐਕਟੀਵਿਟੀਜ਼ ਹੈ ਜਾਂ ਹੁਣ ਜਿਹੜੀ ਰੀਸੈਂਟ ਉਹਨਾਂ ਨੇ ਕਿਸਾਨ ਆਗੂਆਂ ਨੇ ਡਿਸੀਜਨ ਬਣਾਈ ਹੈਗੀ ਆ, ਤੁਹਾਡੇ ਖਿਆਲ ਦੇ ਨਾਲ ਕਿੱਦਾਂ ਉਹ ਸਹੀ ਹੈਗੀ ਆ ਜਾਂ ਕੀ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਇਹ ਬੀਬਾ ਜੀ ਕਿ ਜੋ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ, ਜੋ ਗੁਰੂ ਘਰ ਦਾ ਹੁਕਮ ਹੁੰਦਾ ਹੈ, ਉਹਦੇ ਮੁਤਾਬਕ ਹੀ ਸਾਰੀ ਸਿਰਜਣਾ ਹੁੰਦੀ ਹੈ। ਔਰ ਜਿਸ ਤੱਕ ਮੇਰਾ ਜ਼ਾਤੀ ਤਾਲੁਕ ਹੈ, ਮੈਂ ਜੋ ਮੈਨੂੰ ਗੁਰੂ ਘਰ ਤੋਂ ਹੁਕਮ ਮਿਲਿਆ, ਟਾਹਲਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਸੀਸ ਲੱਥਾ ਸੀ, ਉੱਥੇ ਬਾਬਾ ਦਰਸ਼ਨ ਸਿੰਘ ਜੀ ਹੈਗੇ ਆ। ਔਰ ਮੇਰੀ ਸਾਰੀ ਜ਼ਿੰਦਗੀ, ਮੇਰਾ ਸਾਹ, ਮੇਰੀ ਹਰ ਹਰਕਤ, ਮੇਰੀ ਹਰ ਕਾਮਯਾਬੀ, ਮੇਰਾ ਹਰ ਚੀਜ਼ ਜੋ ਜ਼ਿੰਦਗੀ 'ਚ ਬੀਤਿਆ ਜਦ ਦਾ ਮੈਂ ਜਨਮ ਲਿਆ, ਉਹ ਗੁਰੂ ਘਰ ਤੋਂ ਹੀ ਸ਼ੁਰੂ ਹੁੰਦਾ ਤੇ ਗੁਰੂ ਘਰ 'ਚ ਹੀ ਖਤਮ ਹੋ ਜਾਂਦਾ। ਉਹਦੇ ਵਿੱਚ ਨਾ ਇਹ ਦੁਨੀਆ ਹੈ, ਨਾ ਮੇਰਾ ਪਰਿਵਾਰ ਹੈ, ਨਾ ਮੇਰੇ ਬੱਚੇ ਹੈ, ਨਾ ਮੇਰੇ ਰਿਸ਼ਤੇਦਾਰ ਹੈ, ਨਾ ਮੇਰੇ ਦੋਸਤ ਹੈ, ਨਾ ਕੁਛ। ਅੱਲਾਹ, ਖੁਦਾ, ਗੁਰੂ ਘਰ, ਸਲਾਮ, ਜੋ ਉੱਥੋਂ ਹੁਕਮ ਮਿਲਦਾ ਹੈ ਉਹ ਮੈਂ ਕਰਦਾ। ਕਿਸਾਨੀ ਅੰਦੋਲਨ ਬੇਸਿਕਲੀ ਮੈਨੂੰ ਇਸ ਗੱਲ ਦਾ ਬਿਲਕੁਲ ਪਤਾ ਹੀ ਨਹੀਂ ਸੀ। ਮੈਂ ਇੱਕ ਆਰਟਿਸਟ ਆਦਮੀ ਆ, ਖਿਡਾਰੀ ਆਦਮੀ ਆ, ਔਰ ਆਫ ਕੋਰਸ ਮੇਰੇ ਵੱਡ ਵਡੇਰੇ ਅਫਗਾਨਿਸਤਾਨ ਤੋਂ ਲੈ ਕੇ ਭਾਈ ਜੋਗਾ ਸਿੰਘ ਜੀ 10ਵੇਂ ਪਾਤਸ਼ਾਹ ਤੋਂ, ਉਹਨਾਂ ਦੀ ਵੰਸ਼ ਚੋਂ ਮੈਂ 9ਵੀਂ ਪੁਸ਼ਤ ਬਾਬਾ ਖੜਕ ਸਿੰਘ ਜੀ ਦੀ, ਜੋ ਕਿ ਉਹਨਾਂ ਦੇ ਸੁਪੁੱਤਰ ਸੀਗੇ। ਉਹਨਾਂ ਤੋਂ ਚਲਦੇ ਚਲਦੇ ਪੰਜਾਬ ਦੀ ਧਰਤੀ ਦਾ ਆਪਾਂ ਸਾਰੇ ਬੇਸਿਕਲੀ ਜ਼ਿਮੀਂਦਾਰ ਆ। ਮੈਂ ਜਦ ਬਾਬਾ ਜੀ ਕੋਲ ਗਿਆ ਸੀਗਾ ਟਾਹਲਾ ਸਾਹਿਬ, ਅੱਜ ਤੋਂ ਕੋਈ 14, 15, 16 ਮਹੀਨੇ ਪਹਿਲਾਂ, ਜਦ ਅੰਦੋਲਨ ਸ਼ੁਰੂ ਵੀ ਨਹੀਂ ਹੋਇਆ ਸੀ, ਤੇ ਉਦੋਂ ਮੈਂ ਬਾਬਾ ਜੀ ਨੂੰ ਇਹ ਗੱਲ ਕਹਿਣ ਗਿਆ ਸੀ, ਜੀ ਮੈਂ ਹੁਣ ਬਥੇਰਾ ਕੁਛ ਕਰ ਲਿਆ, ਬਥੇਰਾ ਕੁਛ ਹੋ ਗਿਆ, ਹੋਰ ਜੀਵਾਂਗੇ, ਹੋਰ ਮਨ 'ਚ ਖਿਆਲ ਆਉਣਗੇ, ਹੋਰ ਬੰਦਾ ਪਾਪੀ ਬਣਦਾ, ਜਿੰਨੀ ਉਮਰ ਜ਼ਿਆਦਾ ਉਹਨਾਂ ਬੰਦਾ ਪਾਪੀ ਤੇ ਉਨੇ ਜਨਮ ਜ਼ਿਆਦਾ। ਤੇ ਮੈਂ ਹੁਣ ਇੱਥੇ ਰਹਿ ਕੇ ਸਿੰਘਾਂ ਦੀ ਸੇਵਾ ਕਰਨਾ ਚਾਹੁੰਦਾ, ਸਿੰਘ ਸਜਣਾ ਚਾਹੁੰਦਾ ਤੇ ਆਪਣੇ ਪਿਤਾ ਜੀ ਦੀ, ਬਾਬਾ ਦੀਪ ਸਿੰਘ ਦੀ ਸੇਵਾ ਕਰਨਾ ਚਾਹੁੰਦਾ। ਉਹ ਕਿਸੇ ਵਿਚਾਰਧਾਰਾ 'ਚ ਬੈਠੇ ਸੀ। ਉਹਨਾਂ ਨੇ ਸੰਗਤ ਨੂੰ ਕਿਹਾ ਵੀ ਤੁਸੀਂ ਜਰਾ ਜਾਓ, ਮੈਂ ਵਾਰਤਾਲਾਪ ਕਰਨੀ ਆਪਣੇ ਪੁੱਤਰ ਨਾਲ। ਸੰਗਤ ਚਲੀ ਗਈ ਤੇ ਮੈਨੂੰ ਉਹਨਾਂ ਨੇ ਬਿਠਾ ਲਿਆ ਕੋਨੇ 'ਚ। ਮੈਨੂੰ ਕਹਿਣ ਲੱਗੇ ਵੀ ਗੁਰੂ ਘਰ ਨੇ ਅਜੇ ਪੁੱਤਰ ਤੇ ਤੋਂ ਬਹੁਤ ਕੰਮ ਲੈਣੇ। ਮੈਂ ਕਿਹਾ ਜੀ ਮੈਂ ਗਰੀਬ ਨਿਵਾਣਾ, ਮੇਰੀ ਕੋਈ ਔਕਾਤ ਨਹੀਂ, ਮੈਂ ਗੁਰੂ ਘਰ ਦੀ, ਗੁਰੂਆਂ ਦੀ ਮਿੱਟੀ ਵੀ ਨਹੀਂ ਜੁੱਤੀ ਦੀ, ਤੇ ਮੈਂ ਸ਼ਹੀਦਾਂ ਦੇ ਕੀ ਮਤਲਬ, ਮੇਰੀ ਮੈਂ ਜ਼ਰਾ ਵੀ ਹੈ ਨਹੀਂ, ਤੇ ਮੈਂ ਕੀ ਗੁਰੂ ਘਰ ਦੀ ਸੇਵਾ ਕਰ ਸਕਦਾ, ਮੈਂ ਤਾਂ ਆਪ ਬੜਾ ਵੱਡਾ ਪਾਪੀ ਆ। ਉਹ ਕਹਿੰਦੇ ਨਹੀਂ, ਇਹ ਅਕਾਲ ਪੁਰਖ ਦਾ ਹੁਕਮ ਹੈ, ਗੁਰੂ ਘਰ ਦੇ ਵਿੱਚ ਹੁਕਮ ਆਇਆ, ਤੇਰੇ ਬਾਬਾ ਜੀ ਦੀਪ ਸਿੰਘ ਜੀ ਪਿਤਾ ਜੀ ਦਾ ਹੁਕਮ ਹੈ ਵੀ ਕਾਕੇ ਨੂੰ ਕਹੋ ਵੀ ਕਿਸਾਨਾਂ ਦੇ ਨਾਲ ਖੜਨਾ। ਤੇ ਪੰਜਾਬ ਦੀ ਧਰਤੀ ਤੇ ਬੜਾ ਬੋਝ ਆਉਣ ਵਾਲਾ ਤੇ ਉਹ ਤੇਰੇ ਮੋਢਿਆਂ ਤੇ ਟਿਕਣਾ ਕਿ ਤੂੰ ਸੰਭਾਲ ਲੈ। ਉਹਨੇ ਗੱਲ ਕਹੀ ਜੀ, ਮੈਂ ਗੱਲ ਕਹਿ ਕੇ ਸੁਣ ਕੇ ਮੈਨੂੰ ਕੁਝ ਸਮਝ ਨਹੀਂ ਆਈ, ਕਿਉਂਕਿ ਕਈ ਵਾਰੀ ਮਹਾਂਪੁਰਸ਼ਾਂ ਦੀਆਂ ਗੱਲਾਂ ਤੁਹਾਡੇ ਸਮਝ ਨਹੀਂ ਆਉਂਦੀਆਂ,
2-4 ਘੰਟੇ ਵਾਰਤਾਲਾਪ ਹੁੰਦੀ ਰਹੀ, ਮੈਨੂੰ ਸਮਝਾਉਂਦੇ ਰਹੇ, ਮੈਨੂੰ ਅਕਾਲ ਪੁਰਖ ਦੀਆਂ ਗੱਲਾਂ, ਬ੍ਰਹਮੰਡ ਦੀਆਂ ਗੱਲਾਂ, ਗੁਰੂਆਂ ਦੀਆਂ ਗੱਲਾਂ, ਹਮੇਸ਼ਾ ਜਦ ਵੀ ਜਾਣਾ ਇਹੀ ਗੱਲਾਂ ਹੁੰਦੀਆਂ ਨੇ। ਤੇ ਮੈਂ ਘਰੇ ਆ ਗਿਆ। ਘਰੇ ਆਇਆ ਤੇ ਘਰ ਦੇ ਮੈਨੂੰ ਪੁੱਛਦੇ ਕੀ ਗੱਲ, ਬੜੇ ਪਰੇਸ਼ਾਨ ਹੋਏ, ਤੁਸੀਂ ਗੁਰੂ ਘਰ ਗਏ ਸੀ? ਮੈਂ ਕਿਹਾ ਕੁਛ ਨਹੀਂ, ਵੈਸੇ ਮੈਂ ਸੋਚ ਰਿਹਾ ਵੀ ਕੋਈ ਗੱਲ ਉਹਨਾਂ ਨੇ ਕਹੀ ਹੈ, ਹੁਣ ਮੈਂ ਇੰਨਾ ਕੁਛ ਕਰ ਲਿਆ ਤੇ ਹੁਣ ਪਤਾ ਨਹੀਂ ਕਿਹੜਾ ਭਾਰ ਟੁੱਟਣਾ, ਕੀ ਹੋਣਾ। ਉਨੀ ਦੇਰ ਨੂੰ 2 ਘੰਟੇ ਬਾਅਦ ਮੇਰੇ ਕੋਲ ਪ੍ਰੈਸ ਵਾਲਿਆਂ ਦਾ ਫੋਨ ਆ ਗਿਆ। ਇਹ ਮੈਂ ਗੱਲ ਤੁਹਾਨੂੰ ਤਾਂ ਸੁਣਾ ਰਿਹਾ ਕਿਉਂਕਿ ਇਸ ਗੱਲ ਦਾ ਤੱਤ ਹੈ ਜਿਹੜਾ ਤੁਸੀਂ ਸਵਾਲ ਪੁੱਛੇ ਮੈਨੂੰ, ਔਰ ਉਹਨੂੰ ਮੈਂ ਸਾਰਾ 1 ਬਾਈ 1 ਜਵਾਬ ਦਿਆਂਗਾ। ਉਹ ਮੈਨੂੰ ਕਹਿਣ ਲੱਗੇ ਜੀ ਯੋਗਰਾਜ ਜੀ ਇੱਕ ਬਿੱਲ ਪਾਸ ਹੋਇਆ ਹੈ, ਹੁਣੇ 4-5 ਵਜੇ ਖਬਰ ਆਈ ਹੈ ਤੇ ਉਹ ਬਿੱਲਾਂ ਉੱਤੇ ਟਿੱਪਣੀ ਕਰਨੀ ਹੈ। ਉਹ ਆਏ ਜਦੋਂ ਤੁਸੀਂ ਮੇਰੇ ਕੋਲ ਬੈਠੇ ਇੰਟਰਵਿਊ ਕਰਨ, ਮੈਨੂੰ ਉਹਨਾਂ ਨੇ ਬਿੱਲ ਬਾਰੇ ਪੁੱਛਿਆ, ਕੀਤਾ, ਕਰਾਇਆ ਤੇ ਮੈਨੂੰ ਮਹਿਸੂਸ ਹੋਇਆ ਵੀ ਇਹ ਕੁਝ ਗਲਤ ਹੈ। ਵੀ ਅੱਗੇ ਪੰਜਾਬ ਛੋਟਾ ਹੁੰਦਾ, ਕਿੱਥੇ ਤਿੱਬਤ, ਕਿੱਥੇ ਸ੍ਰੀਨਗਰ, ਕਿੱਥੇ ਕੰਧਾਰ, ਕਿੱਥੇ ਦਿੱਲੀ, ਕਿੱਥੇ ਰੋਪੜ, ਅੰਗਰੇਜ਼ਾਂ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਤੇ ਅੱਜ ਪੰਜਾਬ ਬੜਾ ਨਿੱਕਾ ਜਿਹਾ ਰਹਿ ਗਿਆ। ਹਿਮਾਚਲ ਤੋੜਤਾ ਵੀ ਪੰਜਾਬ ਸੀਗਾ, ਹਰਿਆਣਾ ਤੋੜਤਾ, ਰਾਜਸਥਾਨ ਤੋੜਤਾ, ਪੰਜਾਬ ਨਿੱਕਾ ਜਿਹਾ ਕਰਤਾ। ਤੇ ਹੁਣ ਜ਼ਿਮੀਂਦਾਰਾਂ ਦੇ ਉੱਤੇ ਬਰਛਾ ਕੱਢਿਆ। ਪਹਿਲਾਂ ਤੁਹਾਡੇ ਯਾਦ ਹੋਊਗਾ ਇਸ ਅੰਦੋਲਨ ਤੋਂ ਪਹਿਲਾਂ ਜਦ ਜੱਟਾਂ ਕੋਲ ਜ਼ਮੀਨ ਹੁੰਦੀ ਸੀ ਵਾਹਵਾ 100 ਕਿੱਲੇ, 200 ਕਿੱਲੇ, 500 ਕਿੱਲੇ, ਇਹਨਾਂ ਨੇ ਸੀਲਿੰਗ ਲਾਈ 18 ਕਿੱਲੇ ਦੀ। ਮਿਸਿਸ ਗਾਂਧੀ ਉਦੋਂ ਪ੍ਰਧਾਨ ਮੰਤਰੀ ਸੀ, ਕਿਸੇ ਨੇ ਗੱਲ ਛੇੜੀ ਨਹੀਂ ਅਜੇ ਤੱਕ। ਪਰ ਬੜੀ ਵਾਰੀ ਮੈਂ ਜਥੇਬੰਦੀਆਂ ਨੂੰ ਪੁੱਛਿਆ ਵੀ ਉਦੋਂ ਤੁਸੀਂ ਕਿੱਥੇ ਸੀ? ਜਦ ਪੰਜਾਬ ਨੂੰ ਟੁਕੜੇ ਕੀਤੇ ਜਾ ਰਹੇ ਸੀ ਤੁਸੀਂ ਕਿੱਥੇ ਸੀ? ਜਦ ਜੱਟਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਸੀ ਤੁਸੀਂ ਕਿੱਥੇ ਸੀ? ਅੱਜ ਤੁਹਾਨੂੰ ਅੰਦੋਲਨ ਯਾਦ ਆ ਗਿਆ। ਮੈਂ ਕੁਝ ਗੱਲਾਂ ਐਸੀਆਂ ਕਹੀਆਂ ਔਰ ਗੁਰੂ ਘਰ ਦੀ ਗੱਲ ਕੀਤੀ, ਕੁਝ ਹਿਸਟਰੀ ਸੁਣਾਈ ਕਿ ਅੱਜ ਤੋਂ 1500 ਸਾਲ ਪਹਿਲਾਂ ਜਾਂ 2000 ਸਾਲ ਪਹਿਲਾਂ ਇਸ ਦੇਸ਼ ਦਾ ਕੀ ਹਾਲ ਸੀ। ਕਿਉਂਕਿ ਸਾਡੇ ਇੱਕ ਬੜੀ ਵੱਡੀ ਪ੍ਰੋਬਲਮ ਹੈ, ਅਸੀਂ ਆਪਣਾ ਇਤਿਹਾਸ ਸੁਣ ਕੇ ਰਾਜੀ ਨਹੀਂ ਹੈ ਕਿ ਉਹ ਇਤਿਹਾਸ ਇੰਨਾ ਘਿਨਾਉਣਾ ਹੈ ਕਿ ਉਹ ਇਤਿਹਾਸ ਦੱਸਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਗੁਲਾਮ ਪ੍ਰਸਤ ਲੋਕ ਰਹੇ ਹਾਂ। ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਹੁਣ ਤੁਹਾਡੇ ਨਾਲ ਕਰ ਰਿਹਾ, ਮੈਂ ਗੱਲਾਂ ਕੀਤੀਆਂ, ਲੋਕਾਂ ਨੇ ਸੁਣਿਆ, ਬੜੀ ਜੈ ਜੈਕਾਰ ਹੋਈ ਔਰ ਬਹੁਤ ਪ੍ਰੈਸ ਵਾਲੇ ਆ ਗਏ। ਉਸ ਤੋਂ ਬਾਅਦ ਮੋਗੇ ਇੱਕ ਰੈਲੀ ਰੱਖੀ ਗਈ, ਮੇਰੀ ਨਵਜੋਤ ਸਿੰਘ ਸਿੱਧੂ ਜੀ ਨਾਲ ਗੱਲ ਹੋਈ, ਪੁੱਤਰ ਨਾਲ। ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਬਾਪੂ ਜੀ ਬਈ ਛਤਰ ਛਾਇਆ ਹੇਠ ਚੱਲਣਾ ਤੁਹਾਡੇ, ਰੈਲੀ ਕਰੋ। ਮੈਂ ਕਿਹਾ ਠੀਕ ਹੈ। ਅਸੀਂ ਰੈਲੀ ਫਿਕਸ ਕਰ ਲਈ 3 ਤਰੀਕ ਦੀ, 3 ਮਾਰਚ ਦੀ ਗੱਲ ਆ, ਪਿਛਲੇ ਸਾਲ ਦੀ। ਮੈਂ ਰੈਲੀ ਫਿਕਸ ਕਰ ਲਈ ਤਾਂ 2 ਦਿਨ ਬਾਅਦ ਮੈਨੂੰ ਫੋਨ ਆਉਂਦਾ ਵੀ ਰਾਹੁਲ ਗਾਂਧੀ ਨੇ ਵੀ ਰੈਲੀ ਰੱਖ ਲਈ ਉੱਥੇ ਟਰੈਕਟਰ ਵਾਲੀ। ਠੀਕ, ਟਰੈਕਟਰ ਮੈਂ ਜ਼ਿੰਦਗੀ ਚਲਾਇਆ ਨਹੀਂ, ਚਾਰ ਨੇ ਪਚਲ ਚੱਲੋ ਬੈਠਾ ਜ਼ਰੂਰਤ। ਮੈਂ ਕਿਹਾ ਵੀ ਇਹ ਗੱਲ ਕੀ ਬਣੀ? ਤੇ ਫਿਰ ਮੈਨੂੰ ਨਵਜੋਤ ਕਹਿਣ ਲੱਗਾ ਵੀ ਮੈਨੂੰ ਉੱਥੇ ਜਾਣਾ ਪੈਣਾ, ਆਪਾਂ ਅੱਗੇ ਪਿੱਛੇ ਕਰ ਲਈਏ। ਮੈਂ ਕਿਹਾ ਹੁਣ ਤਾਂ ਲੋਕਾਂ ਨੂੰ ਕਹਤਾ, ਪਰ ਕੋਈ ਨਹੀਂ ਤੁਸੀਂ ਜਾਓ, ਤੁਹਾਡਾ ਕੰਮ ਹੈ। ਕਰਦੇ ਕਰਾਉਂਦੇ ਜੀ ਰੈਲੀ ਹੋਈ, ਉਸ ਰੈਲੀ 'ਚ ਮੈਂ ਬੋਲਿਆ। ਮੈਂ ਇੱਕ ਗੱਲ ਅਹਿਸਾਸ ਤੇ ਮਹਿਸੂਸ ਕੀਤੀ ਕਿ ਲੋਕ ਇਸ ਬੀਜੇਪੀ ਤੋਂ ਕਿੰਨੇ ਡਰੇ ਹੋਏ ਹੈ, ਕਿੰਨਾ ਖੌਫ, ਕਿੰਨਾ ਡਰ ਹੈ ਕਿ ਜੇ ਅਸੀਂ ਕੁਝ ਬੋਲੇ ਤਾਂ ਸਾਨੂੰ ਮਾਰ ਦੇਣਗੇ, ਸਾਡੇ ਪਰਿਵਾਰ ਨੂੰ ਮਾਰ ਦੇਣਗੇ। ਮੈਂ ਪੁੱਛਿਆ ਸਾਰਿਆਂ ਨੂੰ, ਮੈਂ ਕਿਹਾ ਤੁਹਾਨੂੰ ਹੋ ਕੀ ਗਿਆ? ਤੁਸੀਂ ਤਾਂ ਪੰਜਾਬ ਦੀ ਧਰਤੀ ਦੇ ਵਸਦੇ ਲੋਕ ਹੋ, ਗੁਰੂ ਦੇ ਲਾਲ ਹੋ, ਤੁਸੀਂ ਬੋਲਦੇ ਕਿਉਂ ਨਹੀਂ ਖੁੱਲ ਕੇ? ਗੱਲ ਕੀ ਹੈ? ਗੱਲ ਤਾਂ ਸੈਂਟਰ 'ਚ ਤੁਰੀ ਹੋਈ ਵੀ ਹੈ, ਗੱਲ ਤਾਂ ਇੰਦਰਾ ਗਾਂਧੀ ਦੇ ਟਾਈਮ ਦੀ ਤੁਰੀ ਹੋਈ ਹੈ, ਗੱਲ ਤਾਂ 73 ਸਾਲ ਪਹਿਲਾਂ ਪਾਰਟੀਸ਼ਨ ਤੋਂ ਤੁਰੀ ਵੀ ਹੈ। ਤੇ ਗੱਲ ਜੜਾ ਬਣਦੀ ਦਰਖਤ ਬਣ ਗਿਆ, ਸੂਲਾਂ ਵੱਡੀਆਂ ਚੁਬੜੀਆਂ, ਬੋਲਦੇ ਕਿਉਂ ਨਹੀਂ? ਖੈਰ ਜੀ, ਕੋਈ ਬੋਲੇ ਨਾ ਬੋਲੇ, ਮੈਂ ਬੁਲੰਦ ਆਵਾਜ਼ 'ਚ ਬੋਲਿਆ, ਸ਼ਾਇਦ ਤੁਸੀਂ ਸਾਰੇ ਨੇ ਸੁਣੀਆਂ, ਦੁਨੀਆ ਨੇ ਸੁਣੀਆਂ। ਮੈਂ ਸਿਰਫ ਅਕਾਲ ਪੁਰਖ ਦੇ ਮੂਹਰੇ ਮੱਥਾ ਟੇਕਦਾ, ਗੁਰੂਆਂ ਦੇ ਮੂਹਰੇ, ਮੈਨੂੰ ਨਾ ਕਿਸੇ ਦਾ ਡਰ ਹੈ ਨਾ ਖੌਫ ਹੈ। ਤੇ ਮੈਂ ਖੁੱਲ ਕੇ ਬੋਲਿਆ ਬੀਜੇਪੀ ਦੇ ਖਿਲਾਫ, ਸਰਕਾਰ ਦੇ ਖਿਲਾਫ, ਪਾਰਟੀ ਦੇ ਖਿਲਾਫ ਨਹੀਂ। ਮੈਨੂੰ ਬੀਜੇਪੀ ਦੇ ਨਾਲ ਕੋਈ ਮੇਰੀ ਸ਼ਿਕਾਇਤ ਨਹੀਂ, ਪਾਰਟੀਆਂ ਸਾਰੀਆਂ ਚੰਗੀਆਂ, ਬੰਦੇ ਚੰਗੇ ਮਾੜੇ ਹੋ ਸਕਦੇ ਆ। ਉਹ ਗੱਲ ਜੀ ਬੁਲੰਦ ਆਵਾਜ਼ ਹੋਈ ਤਾਂ ਸਾਡਾ ਯੂਥ ਜਾਗ ਪਿਆ। ਮੈਂ ਯੂਥ ਨੂੰ ਪੁੱਛਿਆ, ਤੁਹਾਨੂੰ ਸ਼ਰਮ ਕਰੋ, ਤੁਹਾਡੇ ਬਾਬੇ, ਤੁਹਾਡੇ ਦਾਦੇ ਪੜਦਾਦੇ ਦੀਆਂ ਮੈਂ ਪੱਗਾਂ ਰੋਲਤੀਆਂ, ਤੁਹਾਡੀਆਂ ਧੀਆਂ ਭੈਣਾਂ ਦੀਆਂ ਮੈਂ ਕਿਹਾ ਇੱਜ਼ਤਾਂ ਰੋਲਤੀਆਂ, ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਹੁਣ ਵੀ ਸੁੱਤੇ ਪਏ ਹੋ, ਬਰਛਾ ਤੁਹਾਡੀ ਹਿੱਕ 'ਚ ਰੱਬ ਨੇ ਗੱਡਿਆ, ਜਾਗੋ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ, ਲੋਕੀ ਇਨਕਲਾਬੀ ਗੱਲਾਂ ਸਮਝਦੇ ਨੇ, ਪਰ ਇਹ ਸੱਚ ਹੈ। ਤੇ ਸੱਚ 'ਚ ਝੂਠ ਦਾ ਕਾਂਟਾ ਫਸਦਾ ਬੜਾ ਮੈਂ ਦੇਖਿਆ ਜੀ, ਰੈਲੀ ਟੂ ਰੈਲੀ 10,000, 20,000, 40,000, 50,000। ਕਣਕਵਾਲ ਮੈਂ ਰੈਲੀ ਕਰਨ ਗਿਆ ਤਾਂ ਉੱਥੇ ਮੇਰਾ ਖਿਆਲ ਹੈ 70-80,000 ਬੰਦਾ ਤੇ 50-60,000 ਯੂਥ। ਡਾਲ ਤੇ ਦੇਖ ਕੇ ਮੈਨੂੰ ਵੀ ਬੜੀ ਖੁਸ਼ੀ ਹੋਈ ਵੀ ਅੱਜ ਵਾਕਈ ਯੂਥ ਜਿਹੜਾ ਹੈ ਪੰਜਾਬ ਦਾ ਬੜਾ ਪ੍ਰਫੁੱਲਤ ਹੋ ਗਿਆ। ਉਸ ਤੋਂ ਬਾਅਦ 4 ਮਹੀਨੇ ਲਗਾਤਾਰ ਕੋਈ ਇਹੋ ਜਿਹੀ ਗਲੀ ਨਹੀਂ ਛੱਡੀ, ਕੋਈ ਜੀ ਥਾਂ ਨਹੀਂ ਛੱਡੀ ਜਿੱਥੇ, ਕਿਉਂਕਿ ਮੈਨੂੰ ਗੁਰੂ ਘਰ ਤੋਂ ਇਹ ਥਾਪੜਾ ਮਿਲਿਆ ਸੀ ਵੀ ਤੂੰ ਜਾ ਕੇ ਕਿਸਾਨਾਂ ਦੇ ਨਾਲ ਖੜਨਾ ਤੇ ਬੋਲਣਾ।
ਹਾਲਾਂਕਿ ਮੈਂ ਕਈ ਵਾਰੀ ਬਾਬਾ ਜੀ ਨੂੰ ਪੁੱਛਿਆ, ਮੈਂ ਬਾਬਾ ਜੀ ਕੀ ਬੋਲਣਾ, ਕਹਿੰਦੇ ਜੋ ਤੂੰ ਬੋਲਣਾ ਗੁਰੂ ਨੇ ਆਪੇ ਬੁਲਾਉਣਾ, ਤੇ ਬੁਲੰਦ ਰਹਿਣੀ ਆਵਾਜ਼ ਜਦ ਤੱਕ ਤੂੰ ਜਿਉਣਾ ਤੇ ਜਦ ਤੱਕ ਇਹ ਕੰਮ ਹੋ ਨਹੀਂ ਜਾਂਦਾ। ਉਹ ਕਰਦੇ ਕਰਦੇ ਜੀ ਅਸੀਂ ਉਹ ਕਿਸਾਨਾਂ ਦੀ ਜਿਹੜੀ ਗੱਲਬਾਤ ਸੀ, ਮੈਨੂੰ ਲੋਕ ਪਿਆਰ ਕਰਨ ਲੱਗ ਗਏ, ਮੇਰੇ ਨਾਲ ਤੁਰਨ ਲੱਗ ਗਏ, ਜਿੱਥੇ ਮੈਂ ਜਾਵਾਂ ਉੱਥੇ ਹਜ਼ਾਰਾਂ ਲੋਕ ਮੇਰੇ ਪਿੱਛੇ ਤੁਰਦੇ ਸੀ। ਅਲਟੀਮੇਟਲੀ ਦਿੱਲੀ ਦੀ ਗੱਲ ਆਈ। ਜਦ ਦਿੱਲੀ ਦੀ ਗੱਲ ਆਈ ਉਦੋਂ ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਵੀ ਇਹ ਅੰਦੋਲਨ ਰੱਬ ਨੇ ਸ਼ੁਰੂ ਕੀਤਾ, ਗੁਰੂ ਘਰ ਨੇ ਸ਼ੁਰੂ ਕੀਤਾ, ਸ਼ਹੀਦਾਂ ਨੇ ਸ਼ੁਰੂ ਕੀਤਾ, ਔਰ ਇਹਦੇ ਵਿੱਚ ਜਿੰਨੇ ਵੀ ਲੋਕ ਨੇ, ਯੂਥ ਵਾਲੇ ਤੇ ਬਜ਼ੁਰਗ ਜਿੰਨੇ ਨੇ, ਇਹ ਅੰਦੋਲਨ ਉਹਨਾਂ ਦਾ, ਇਹਦੇ ਵਿੱਚ ਕੋਈ ਜਥੇਬੰਦੀਆਂ ਤੇ ਲੀਡਰਾਂ ਦਾ ਕੋਈ ਕੰਮ ਨਹੀਂ ਹੈ, ਜਿਨ੍ਹਾਂ ਨੇ ਬੈਰੀਅਰ ਚੱਕ ਪੁਲਿਸ ਨਾਲ ਲੜ ਮਾਰ ਦਿੱਲੀ ਦੀ ਬਰੂਹਾਂ ਤੇ ਜਾ ਕੇ ਆਸਣ ਲਾਤਾ। ਹੁਣ 27 ਤਰੀਕ ਨੂੰ ਮੈਂ ਵੀ ਪਹੁੰਚ ਗਿਆ। ਮੈਂ ਉੱਥੇ ਭੈਣ ਜੀ ਕੀ ਦੇਖਦਾ, ਲੋਕ ਗੱਡੀਆਂ 'ਚ ਜਾਂਦੇ ਆ, ਸਟੇਜ ਤੇ ਬੋਲਦੇ ਆ, ਲਾ 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 ਬੋਲ ਕੇ ਵਾਪਸ ਆ ਜਾਂਦੇ ਆ, ਗੱਡੀਆਂ 'ਚ ਜਾਂਦੇ, ਟਰੈਕਟਰਾਂ ਤੇ ਜਾਂਦੇ, ਬੋਲ ਕੇ ਵਾਪਸ ਆ ਜਾਂਦੇ, ਦਿਖਾਵਾ ਕਿ ਸਾਡੀ ਸ਼ੌਹਰਤ ਹੋਵੇ। ਮੈਂ ਦੇਖਿਆ ਕਿ ਹਰੇਕ ਹੀ ਐਮਐਲਏ ਬਣਨ ਨੂੰ ਫਿਰਦਾ, ਹਰੇਕ ਹੀ ਸੀਐਮ ਬਣਨ ਨੂੰ ਫਿਰਦਾ। ਜਿਹੜਾ ਰਾਤ ਨੂੰ ਸੌਂਦਾ ਬੋਲ ਕੇ ਆਉਂਦਾ, ਉਹਨੂੰ ਵਾਹ ਵਾਹ ਜੈ ਜੈਕਾਰ ਹੁੰਦੀ, ਉਹਨੂੰ ਐ ਲੱਗਦਾ ਵੀ ਮੈਂ ਅਗਲੀ ਇਲੈਕਸ਼ਨ ਲੜੂੰਗਾ। ਇਹ ਮਾਹੌਲ ਨੂੰ ਦੇਖਦੇ ਮੈਂ ਸੋਚਿਆ ਵੀ ਪੈਦਲ ਮਾਰਚ ਕਰਨੀ ਚਾਹੀਦੀ, ਗੱਡੀ ਖੜੀ ਕਰੋ, ਜਿੱਥੇ ਅੰਦੋਲਨ ਸ਼ੁਰੂ ਹੁੰਦਾ, ਜਿੱਥੋਂ ਉੱਥੋਂ ਅਖੀਰ ਤੱਕ ਪੈਦਲ ਜਾਣਾ। ਬਜ਼ੁਰਗਾਂ ਨੂੰ ਮੈਂ ਮਿਲਦਾ, ਮੈਂ ਮਾਵਾਂ ਧੀਆਂ ਨੂੰ ਮਿਲਦਾ, ਮੈਂ ਤੁਹਾਨੂੰ ਮੰਜ਼ਰ ਦੱਸ ਨਹੀਂ ਸਕਦਾ, ਮੇਰੀ ਅੱਖਾਂ ਰੋਣ ਲੱਗ ਜਾਂਦੀਆਂ ਜਦ ਵੀ ਮੈਂ ਗੱਲ ਕਰਦਾ। ਮੈਂ ਇਹੋ ਜਿਹੇ ਮੰਜ਼ਰ ਦੇਖਿਆ ਜਿੱਥੇ ਇੱਕ ਮਾਂ ਬੈਠੀ ਹੈ ਪੱਥਰ ਤੇ, ਔਰ ਉਹਨੂੰ ਜਾ ਕੇ ਮੈਂ ਕਿਹਾ ਪੈਰੀ ਹੱਥ ਲਾ ਕੇ, ਤੇ ਮਾਂ ਨੇ ਮੈਨੂੰ ਜੱਫੀ ਪਾ ਲਈ ਤੇ ਕਿਹਾ, ਆ ਮੇਰਾ ਘਰ ਵਾਲਾ ਹੈ, ਮੇਰੇ ਘਰੇ ਔਲਾਦ ਹੈ ਨਹੀਂ, ਇਹਨੂੰ ਤੂੰ ਕਹਿ ਆਪਣੇ ਬਾਪੂ ਨੂੰ ਵੀ ਇੱਥੇ ਸੇਵਾ ਕਰਦਾ ਮਰ ਜੇ, ਮੈਂ ਰੰਡਾਪਾ ਕੱਟ ਲੂੰਗੀ ਪਰ ਵਾਪਸ ਨਾ ਆਵੇ। ਛੋਟੇ ਛੋਟੇ ਬੱਚੇ, ਕਿਸੇ ਮਾਤਾ ਦੀ ਬਾਂਹ ਕੱਟੀ ਹੋਈ ਹੈ, ਕਿਸੇ ਦਾ ਪੈਰ ਕੱਟਿਆ ਹੋਇਆ, ਲੰਗਰ ਦੀ ਸੇਵਾ ਕਰ ਰਹੀ ਹੈ। ਐਸਾ ਭੈਣ ਜੀ ਉਹ ਮੰਜ਼ਰ ਸੀ ਕਿ ਅੱਜ ਵੀ ਜਦੋਂ ਮੈਂ ਯਾਦ ਕਰਦਾ ਤਾਂ ਮੈਨੂੰ ਐ ਲੱਗਦਾ ਵੀ ਅਸੀਂ ਆਪਣੇ ਦੇਸ਼ 'ਚ, ਆਪਣੇ ਮੁਲਕ 'ਚ, ਆਪਣੇ ਘਰ 'ਚ ਸਾਡੇ ਵੱਡ ਵਡੇਰੇ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਖੂਨ ਦੇ ਕੇ ਸਾਡੇ ਵੱਡਿਆਂ ਨੇ ਪਾਲਿਆ, ਇਸ ਮੁਲਕ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ, ਕੱਟਣ ਵਾਸਤੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਦੇ ਦਿੱਤੀਆਂ, ਆਪਣੇ ਪਰਿਵਾਰ ਸੂਲੀ ਚੜਾਤੇ, ਸਾਡੀਆਂ ਮਾਵਾਂ, ਸਾਡੀਆਂ ਧੀਆਂ ਬੰਦ ਬੱਚਿਆਂ ਦੇ ਕਟਵਾ ਕੇ ਹਾਰ ਪਵਾ ਲਏ, ਤੱਤੀਆਂ ਤਵੀਆਂ ਤੇ ਗੁਰੂ ਬਹਿ ਗਏ, ਜਿਉਂਦੇ ਆਰੇ ਨਾਲ ਚਰਾਏ ਗਏ। ਉਹ ਲੋਕਾਂ ਨੇ ਸਿਰਫ ਇਸ ਧਰਮ ਨੂੰ ਬਚਾਉਣ ਵਾਸਤੇ, ਉਸ ਧਰਮ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਹੁਤੀ ਦਿੱਤੀ, ਤੇ ਅੱਜ ਉਹੀ ਲੋਕਾਂ ਨੇ, ਉਹੀ ਗੌਰਮੈਂਟ ਨੇ, ਉਹੀ ਸਰਕਾਰ ਨੇ ਅੱਜ ਆਪਣੇ ਉਹ ਲੋਕਾਂ ਦੇ ਬਰਛੇ ਮਾਰਿਆ ਜਿਨ੍ਹਾਂ ਲਈ ਆਪਾਂ ਲੜੇ ਸੀ, ਮਰੇ ਸੀ, ਜਿਹੜਾ ਕਿ ਬੜਾ ਦਿਲ ਦੁਖਦਾ ਹੈ। ਅਲਟੀਮੇਟਲੀ ਜਿਹੜਾ ਤੁਸੀਂ ਸਵਾਲ ਪੁੱਛਿਆ, ਉਹਦਾ ਨਟਸ਼ਲ ਗੱਲ ਇਹ ਹੈ ਕਿ ਅੰਦੋਲਨ, ਤੁਸੀਂ ਕਿਹਾ ਸੀ ਕੀ ਬਣੇਗਾ, ਕੀ ਚੱਲੇਗਾ, ਫਿਰ ਚੜ ਗਿਆ, ਫਿਰ ਉਤਰ ਗਿਆ, ਹੁੰਦਾ ਰਹਿੰਦਾ। ਜੇ ਤੁਸੀਂ ਅਨੰਦਪੁਰ ਸਾਹਿਬ ਦੀ ਲੜਾਈ ਔਰ ਉਹਦੀ ਹਿਸਟਰੀ ਜਾਣੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ 3 ਮਹੀਨੇ ਬਾਅਦ ਉਹਨਾਂ ਨੇ ਰਾਸ਼ਨ ਬੰਦ ਕਰਤਾ, ਪਾਣੀ ਬੰਦ ਕਰਤਾ, ਸਭ ਕੁਝ ਬੰਦ ਕਰਤਾ, ਲੇਕਿਨ ਫਿਰ ਵੀ ਗੁਰੂ ਸਾਹਿਬ ਆਪਣੇ ਸਿੰਘਾਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਲੜਦੇ ਰਹੇ, ਚੜ੍ਹਦੀ ਕਲਾ 'ਚ ਬਾਹਰ ਆਏ, ਤੇ ਬਾਕੀ ਹਿਸਟਰੀ ਤੁਸੀਂ ਸਾਰੇ ਜਾਣਦੇ। ਅੰਦੋਲਨ ਕਈ ਵਾਰੀ ਇਹੋ ਜਿਹੇ ਬਣ ਜਾਂਦੇ ਨੇ, ਇੱਕ ਹੁੰਦੇ ਨਕਲੀ ਅੰਦੋਲਨ, ਲੋਕ ਆਪਣੀ ਸ਼ੌਹਰਤਾਂ ਵਾਸਤੇ ਕਰਦੇ ਨੇ, ਕਿਸੇ ਨੂੰ ਚੇਅਰਮੈਨੀ ਚਾਹੀਦੀ ਹੈ, ਕਿਸੇ ਨੂੰ ਪ੍ਰਧਾਨਗੀ ਚਾਹੀਦੀ ਹੈ, ਜੇ ਮੱਥੇ ਟੇਕਦੇ ਰਹਿੰਦੇ। ਗੁਲਾਮੀ ਸਾਡੇ ਖੂਨ ਦੇ ਵਿੱਚ ਅੱਜ ਵੀ ਭੈਣ ਜੀ ਬੜੀ ਹੋਈ ਹੈ। ਅਸੀਂ ਅੱਜ ਵੀ ਆਜ਼ਾਦ ਨਹੀਂ, ਅਸੀਂ ਅੱਜ ਵੀ ਸੀਐਮ, ਚੀਫ ਮਿਨਿਸਟਰ ਹੋਵੇ, ਮੰਤਰੀ ਹੋਵੇ, ਐਮਐਲਏ ਹੋਵੇ, ਦੇ ਗੋਡੇ ਹੱਥ ਲਾਉਣ ਨੂੰ ਇੱਕ ਕੁੱਤੇ ਨੂੰ ਹੱਡੀ ਪਾ ਦਿਓ ਨਾ, ਉਹ ਚੱਕ ਕੇ ਆਪਣੇ ਮਾਲਕ ਦੇ ਕੋਲ ਬੈਠਾ ਰਹਿੰਦਾ ਤੇ ਉਹਦੇ ਪੈਰ ਚੱਟਦਾ ਰਹੂਗਾ। ਇਹ ਸਾਡਾ ਹਾਲ ਹੋ ਚੁੱਕਿਆ। ਕਿਉਂ? ਅਸੀਂ ਸਿਰਫ ਆਪਣੇ ਬਾਰੇ ਸੋਚਦੇ ਹਾਂ। ਸੋ ਇਹ ਅੰਦੋਲਨ ਜਿਹੜਾ ਹੈ ਬੜਾ ਲੰਬਾ ਚੱਲਣਾ ਹੈ। ਜਦ ਤੁਸੀਂ ਜ਼ੁਲਮ ਦੇ ਪਹਾੜ ਨੂੰ ਟੱਕਰ ਮਾਰਦੇ ਹੋ ਨਾ, ਔਰ ਉਹ ਪਹਾੜ ਨਹੀਂ ਛੇਤੀ ਹਿਲਦਾ ਨਹੀਂ। ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਦੇ ਤਖਤੇ ਨੂੰ ਹਿਲਾਇਆ ਸੀ ਤਾਂ ਉਹ ਇੰਨੀ ਛੇਤੀ ਹਿੱਲਿਆ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਮੁਗਲਾਂ ਨਾਲ ਲੜਾਈ ਚੱਲਦੀ ਆ ਰਹੀ, ਆਪਣੀ 500 ਸਾਲ ਬਾਅਦ ਜਾ ਕੇ ਉਹ ਜਿਹੜੀਆਂ ਜੰਜੀਰਾਂ ਸੀ ਉਹ ਕੱਟੀਆਂ ਗਈਆਂ। ਸੋ ਅੰਦੋਲਨ ਜਿਹੜਾ ਹੈ ਚੱਲ ਰਿਹਾ, ਚੱਲੇਗਾ, ਲੇਕਿਨ ਜਿਹੜੇ ਲੋਕ ਉੱਥੇ ਸ਼ਹੀਦ ਹੋ ਗਏ, ਜਿਹੜੇ ਲੋਕੀ ਦੁਖੀ, ਮਤਲਬ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜਿਸ ਹਾਲਾਤ ਦੇ ਵਿੱਚ ਕੰਮ ਹੋ ਰਿਹਾ। ਧੰਨ ਹੈ ਪੰਜਾਬ ਦੇ ਲੋਕ, ਧੰਨ ਹੈ ਹਰਿਆਣਾ ਦੇ ਲੋਕ, ਧੰਨ ਹੈ ਹਿੰਦੁਸਤਾਨ ਦੇ ਲੋਕ, ਉਹ ਕਿਸਾਨ, ਉਹ ਵਰਗ ਦੇ ਲੋਕ, ਉਹ ਮਜ਼ਦੂਰ ਜਿਹੜੇ ਉੱਥੇ ਬੈਠੇ, ਉਹਨਾਂ ਦੇ ਇੱਕ ਇੱਕ ਖੂਨ ਤੇ ਪਸੀਨੇ ਦਾ ਕਤਰੇ ਦਾ ਹਿਸਾਬ ਰੱਬ ਨੇ ਇਹਨਾਂ ਰਹਿਨੁਮਾਵਾਂ ਤੋਂ ਲੈਣਾ। ਇਹ ਸਭ ਕੁਝ ਤੁਹਾਡੇ ਸਾਹਮਣੇ ਆਊਗਾ, ਲੇਕਿਨ ਉਹਦੇ ਲਈ ਵਕਤ ਲੱਗਦਾ, ਕਿਉਂਕਿ ਰੱਬ ਦੀ ਚੱਕੀ
ਬੜੀ ਹੌਲੀ ਚੱਲਦੀ ਹੈ, ਪਰ ਪੀਸ ਦੀ ਬੜਾ ਬਰੀਕ ਹੈ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਵਿੱਚ ਕੁਝ ਇਦਾਂ ਦੇ ਆਗੂ ਵੀ ਹੋਣਗੇ ਜਾਂ ਜਿਹੜੇ ਹੈਗੇ ਆ ਉੱਥੇ ਭਾਸ਼ਣ ਦਿੰਦੇ ਹੈਗੇ ਆ, ਕੋਈ MLA ਬਣਨਾ ਚਾਹੁੰਦਾ ਕੁਛ, ਜਿੱਦਾਂ ਹੁਣ ਰੀਸੈਂਟਲੀ ਆਪਾਂ ਜੇ ਗੱਲ ਕਰੀਏ ਚੌਧਰੀ ਸਾਹਿਬ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਵੀ ਇਲੈਕਸ਼ਨ ਲੜਨੀ ਚਾਹੀਦੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਉਹਦੇ ਬਾਰੇ ਤੁਹਾਡੇ ਕੀ ਖਿਆਲ? ਇਹ ਗੱਲ ਉਹਨਾਂ ਨੇ ਹੁਣ ਕਹੀ ਹੈ, ਇਹ ਗੱਲ ਯੋਗਰਾਜ ਸਿੰਘ ਨੇ ਅੱਜ ਤੋਂ 4 ਮਹੀਨੇ ਪਹਿਲਾਂ ਕਹੀ ਸੀ। ਜੇ ਤੁਹਾਨੂੰ ਯਾਦ ਹੋਵੇ, ਤੁਸੀਂ ਵੀਡੀਓਜ਼ ਦੇਖਣਾ ਸਾਰੀਆਂ, ਔਰ ਜਦ ਮੈਂ ਕਹੀ ਗੱਲ ਤੇ ਜਥੇਬੰਦੀਆਂ ਨੂੰ ਬੜੀ ਤਕਲੀਫ ਹੋਈ, 4-5 ਜਿਹੜੀ ਤਕਲੀਫ ਹੁੰਦੀ ਹੈ, ਰਾਜੇਆਲ ਹੋ ਗਿਆ ਤਾਂ ਦੂਜਾ ਕੋ ਬਾਬਾ ਡਾਂਗ ਲਈ ਫਿਰਦਾ। ਮੈਂ ਕਿਹਾ ਤੁਸੀਂ ਇਲੈਕਸ਼ਨਾਂ ਲੜੋ, ਤੁਹਾਡੇ ਪੈਰ ਥੱਲੇ ਬਟੇਰਾ ਆਇਆ ਹੋਇਆ ਹੁਣ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਇਹ ਕਰ ਰਹੀਆਂ ਨੇ, ਲੇਕਿਨ ਅਸਲ 'ਚ ਕੀ ਹੈ, ਇਹ ਲੋਕਾਂ ਦਾ ਅੰਦੋਲਨ ਹੈ। ਜਦ ਤੱਕ ਭੈਣ ਜੀ ਤੁਹਾਡੇ ਹੱਥ ਸੱਤਾ ਨਹੀਂ ਆਊਗੀ, ਪਾਵਰ ਨਹੀਂ ਆਊਗੀ, ਮੈਨੂੰ ਦੱਸੋ ਵੀ ਆਪਾਂ ਇੰਪਲੀਮੈਂਟ ਆਪਣੇ ਜਿਹੜੇ ਹੱਕ ਨੇ ਕਿਵੇਂ ਕਰ ਸਕਾਂਗੇ? ਅਜੇ ਤੱਕ ਆਪਾਂ ਰਾਜ ਬਾਰੇ ਸੋਚਿਆ ਹੀ ਨਹੀਂ। ਅੱਜ ਤੱਕ ਆਪਾਂ ਨੂੰ ਲੋਕ ਇਸਤੇਮਾਲ ਹੀ ਕਰਦੇ ਰਹੇ, ਜਵਾਨਾਂ ਨੂੰ, ਧੀਆਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਇਮੋਸ਼ਨਲ ਸੈਂਟੀਮੈਂਟਲ ਲੋਕ ਆਪਾਂ, ਸਿੱਧੇ ਲੋਕ ਆ ਪੰਜਾਬ ਦੇ। ਤੇ ਜੇ ਮੈਂ ਕਹਿਤਾ ਤੇ ਮੁੜ ਕੇ ਟਾਨੀ ਸਾਹਿਬ ਨੇ ਵੀ, ਉਹਨਾਂ ਨੇ ਵੀ ਕਹਿਤਾ ਬਈ ਇਹ ਕਰਨਾ ਚਾਹੀਦਾ, ਤੇ ਇਹਨਾਂ ਨੂੰ ਤਕਲੀਫ ਕਿਉਂ ਹੁੰਦੀ ਹੈ? ਤਕਲੀਫ ਇਸ ਗੱਲ ਦੀ ਹੈ ਕਿਉਂਕਿ ਇਹਨਾਂ ਨੂੰ ਜ਼ਿੰਦਗੀ 'ਚ ਅੱਜ ਤੱਕ ਕਿਸੇ ਨੇ 10 ਵੋਟਾਂ ਨਹੀਂ ਪਾਈਆਂ। ਪੁੱਛਿਆ ਨਾ ਰਾਜੇਵਾਲ ਨੂੰ ਤੂੰ ਕਿੰਨੀ ਵਾਰੀ ਇਲੈਕਸ਼ਨ ਲੜੀ ਹੈ, ਪੁੱਛਿਆ ਦੂਜਿਆਂ ਨੂੰ ਸਾਰਿਆਂ ਨੂੰ ਤੂੰ ਕਿੰਨੀ ਵਾਰੀ ਇਲੈਕਸ਼ਨ ਲੜੀ ਹੈ, ਕਿੰਨੀਆਂ ਵੋਟਾਂ ਇਹਨਾਂ ਨੂੰ ਪਈਆਂ। ਇਹ ਅੰਦੋਲਨ ਤਾਂ ਹੁਣ ਫਸੇ ਹੋਏ ਨੇ ਜਥੇਬੰਦੀਆਂ ਵਾਲੇ। ਕਿਵੇਂ ਨਾ, ਉਹ ਕਹਿੰਦੇ ਨਾ ਹੁਣ ਸੱਪ ਦੇ ਮੂੰਹ 'ਚ ਕੋੜ ਕਰ ਲਿਆ ਗਈ, ਨਾ ਖਾਣ ਜੋਗਾ ਤੇ ਨਾ ਬਾਹਰ ਸਿੱਟਣ ਜੋਗਾ। ਜੇ ਤਾਂ ਪਿੱਛੇ ਹਟਦੇ ਲੋਕੀ ਛਿੱਤਰ ਮਾਰਦੇ ਇਹਨਾਂ ਦੇ, ਆਪ ਕਹਿੰਦੇ ਆਪਣੇ ਮੂੰਹ, ਜੇ ਉੱਥੇ ਬੈਠਦੇ ਨੇ ਇਹਨਾਂ ਨੂੰ ਫੈਸਲੇ ਨਹੀਂ ਕਰਨੇ ਆਉਂਦੇ। ਸੋ ਮੈਂ ਸਮਝਦਾ ਕੁਝ ਲੋਕ ਜਿਵੇਂ ਟਕੈਤ ਸਾਹਿਬ ਨੇ, ਇੱਕ ਯੂਪੀ ਦਾ, ਇੱਕ ਜਥੇਬੰਦੀ ਦਾ ਇੱਕ ਲੀਡਰ, ਸਾਡੇ ਇੱਥੇ ਇੰਨਾ ਕੁ ਪੰਜਾਬ 33 ਜਥੇਬੰਦੀਆਂ, 34 ਜਥੇਬੰਦੀਆਂ, ਸਾਡੇ ਜਥੇਬੰਦੀਆਂ ਦਾ ਨਹੀਂ ਪਤਾ। ਜਦ ਵੀ ਇਹ ਦਿੱਲੀ ਜਾਂਦੇ ਸੀ ਉਸ ਤੋਂ ਪਹਿਲਾਂ ਇਹਨਾਂ ਦਾ ਆਪਸ ਰੌਲਾ ਪੈਂਦਾ ਸੀ, ਅੱਜ ਮੈਂ ਪ੍ਰਧਾਨ ਆ, ਅੱਜ ਮੈਂ ਪ੍ਰਧਾਨ ਆ, ਅੱਜ ਵੀ ਉਦਾਂ ਹੀ ਲੜਦੇ ਨੇ, ਕਿਉਂਕਿ ਅੱਜ ਕੱਲ ਪੈਸਾ ਹੁੰਦਾ, ਸਭ ਦੇ ਸਭ ਪੈਸੇ ਕਮਾਉਣ ਲੱਗੇ ਹੋਏ ਨੇ, ਸਭ ਦੇ ਸਭ ਨੌਜਵਾਨਾਂ ਨੂੰ ਮੂਹਰੇ ਕਰਕੇ ਆਪ ਅੱਗੇ ਹੋ ਜਾਂਦੇ ਨੇ। ਮੈਂ ਕਿ ਨੌਜਵਾਨਾਂ ਨੂੰ ਕਿਹਾ, ਜਦ ਮੈਂ ਕਿਹਾ ਬੈਰੀਅਰ ਹੁਣ ਚੁੱਕਣੇ, ਤੁਸੀਂ ਨਹੀਂ ਜਾਣਾ, ਪਹਿਲਾਂ ਇਹਨਾਂ ਨੂੰ ਅੱਗੇ ਕਰਨਾ। ਆ ਚੰਡੀਗੜ੍ਹ ਬੈਰੀਅਰ ਆਇਆ, ਅੱਗੇ ਕੀਤੇ ਨਾ, ਇਹਨਾਂ ਦੀਆਂ ਪੱਗਾਂ 'ਚ ਵੱਜੀਆਂ ਫਵਾਰਾਂ, ਬੁਰੇ ਹਾਲ ਬਾਂਕੇ ਦਿਹਾੜੇ, ਨਹੀਂ ਜੀ ਅਸੀਂ ਨਹੀਂ ਬੈਰੀਅਰ ਤੋੜਨੇ, ਅਸੀਂ ਤਾਂ ਸ਼ਾਂਤੀ ਨਾਲ ਬਹਿਣਾ। ਇਹ ਕਿਹੜੀ ਸ਼ਾਂਤੀ ਦੀ ਗੱਲ ਕਰਦੇ? ਜਦ ਮੁੰਡਿਆਂ ਨੇ ਤੋੜ ਕੇ ਅੱਗੇ ਬੈਰੀਅਰ ਲੈ ਕੇ ਆਪ ਗਾਹ ਮੂੰਹ ਕੇ ਗੱਡੀ ਲੈ ਕੇ ਆ ਗਿਆ, ਅਸੀਂ ਬਹੁਤ ਧੰਨਵਾਦ ਤੁਹਾਡਾ। ਇਸ ਕਰਕੇ ਇਹ ਜਿਹੜਾ ਅੰਦੋਲਨ ਹੈ ਇਹ ਲੇਟ ਹੋ ਰਿਹਾ, ਕਿਉਂਕਿ ਜਿਹੜੇ ਸਾਡੇ ਰਹਿਨੁਮਾ ਨੇ, ਜਥੇਬੰਦੀਆਂ ਨੇ, ਉਹਨਾਂ ਦੇ ਮਨ ਸਾਫ਼ ਨਹੀਂ। ਲੇਕਿਨ ਮੈਂ ਫੇਰ ਕਹਿਣਾ, ਇਹ ਸਾਰਾ ਦਾ ਸਾਰਾ ਅੰਦੋਲਨ ਰੱਬ ਚਲਾ ਰਿਹਾ, ਗੁਰੂ ਘਰ ਚਲਾ ਰਿਹਾ, ਪੀਰ ਪੈਗੰਬਰ ਚਲਾ ਰਿਹਾ, ਦੇਵੀ ਦੇਵਤੇ ਚਲਾ ਰਿਹਾ, ਰਿਸ਼ੀ ਮੁਨੀ ਚਲਾ ਰਿਹਾ, ਔਰ ਇਹਦੀ ਤਾਕਤ ਇੰਨੀ ਵੱਧਦੀ ਜਾਣੀ, ਇੰਨੀ ਵੱਧਦੀ ਜਾਣੀ ਹੈ ਕਿ ਕੱਲ ਨੂੰ ਹਿੰਦੁਸਤਾਨ ਦਾ ਸੰਘਰਸ਼ ਜਿਹੜਾ ਇਸ ਵਕਤ ਹੈ ਉਹ ਪੁੱਠਾ ਹੋ ਕੇ ਡਿੱਗੇਗਾ ਤੁਹਾਡੇ ਸਾਹਮਣੇ। ਤੇ ਅੱਜ ਵੀ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਜਿਹੜੇ ਚਾਲੇ ਪਾਏ ਆ ਸੰਸਦ ਉਧਰ ਭਵਨ ਵੱਲੋਂ, ਕੀ ਤੁਹਾਨੂੰ ਲੱਗਦਾ ਆ ਕਿ ਬੱਸਾਂ ਭਰ ਕੇ ਲਿਜਾਣੀਆਂ ਆ, ਪ੍ਰਦਰਸ਼ਨ ਕਰਨਾ, ਫਿਰ ਵਾਪਸ ਜਿਹੜੇ ਆਪਾਂ ਕਹ ਲਈ ਸਿੰਘੂ ਬਾਰਡਰ ਆ ਜਾਂ ਬਾਰਡਰਾਂ ਦੇ ਉੱਤੇ ਉਸੇ ਹੀ ਕਾਫਲਿਆਂ ਦੇ ਵਿੱਚ ਆਣ ਕੇ ਬੈਠਣਾ, ਉੱਪਰੋਂ ਜਿਹੜੀ ਹੈਗੀ ਬਰਸਾਤ ਦੇ ਨਾਲ, ਜੇ ਆਪਾਂ ਗੱਲ ਕਰੀਏ ਕਿ ਕਿਸਾਨਾਂ ਦਾ ਪਿਛਲੇ 3-4 ਦਿਨਾਂ ਤੋਂ ਇੰਨੀ ਕੁ ਬੁਰੀ ਹਾਲਤ ਹੋਈ ਆ, ਦੇਖ ਕੇ ਹੀ ਦਿਲ ਪਸੀਜਦਾ ਆ ਕਿ ਕਿਹੜੀ ਹਾਲਤ ਦੇ ਵਿੱਚ ਉਹ ਜਿਹੜੇ ਬਜ਼ੁਰਗ ਆ, ਮਾਵਾਂ ਭੈਣਾਂ ਸਾਰੇ ਉੱਥੇ ਬੈਠੇ ਆ, ਗੋਡੇ ਗੋਡੇ ਪਾਣੀ ਦੇ ਵਿੱਚ ਉਹ ਆਪਣਾ ਵਸਰ ਕਰ ਰਹੇ ਆ। ਤੇ ਤੁਹਾਨੂੰ ਕੀ ਲੱਗਦਾ ਇਹ ਮੂਮੈਂਟ ਚੂਜ਼ ਕਰਨਾ ਸਹੀ ਸੀ ਉਹਨਾਂ ਵਾਸਤੇ? ਕਿਉਂਕਿ ਇੱਕ ਪਾਸੇ ਤਾਂ ਜਿਹੜੇ ਕਿਸਾਨ ਉੱਥੇ ਬੈਠੇ ਆ ਬਰੂਹਾਂ ਦੇ ਉੱਪਰ, ਭਾਵੇਂ ਉਹ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ, ਦੋਹਾਂ ਤੇ ਤੁਹਾਨੂੰ ਵੀ ਵੀਡੀਓ ਤੁਸੀਂ ਵੀ ਦੇਖੀਆਂ ਹੋਣਗੀਆਂ ਕਿ ਇੰਨਾ ਕੁ ਪਾਣੀ ਭਰ ਚੁੱਕਾ ਆ। ਉੱਥੇ ਜਿਹੜੇ ਹੈਗੇ ਆ ਟਰਾਲੀਆਂ ਦੇ ਵਿੱਚ ਵੀ ਜਿਹੜੇ ਬੈਠੇ ਆ, ਉਹਨਾਂ ਕੋਲ ਰੋਟੀਆਂ, ਰਾਸ਼ਨ ਪਹੁੰਚਾਉਣ ਵਾਸਤੇ ਸਪੈਸ਼ਲ ਜਿਹੜੇ ਲੋਕ ਹੈਗੇ ਆ ਉਹ ਬਣਾ ਕੇ ਪੈਕੇਜ ਪ੍ਰੋਵਾਈਡ ਕਰਾ ਰਹੇ ਆ। ਦੂਜੇ ਪਾਸੇ ਜਿਹੜੇ ਹੈਗੇ ਆ ਆਪਾਂ ਕਹਿ ਲਈਏ ਕਿ ਉੱਧਰ ਪ੍ਰਦਰਸ਼ਨੀ ਸ਼ੁਰੂ ਹੋਈ ਆ। ਕਿੱਦਾਂ ਦੇਖ ਰਹੇ ਆ ਕਿ ਸਾਡੇ ਕਿਸਾਨ ਆਗੂਆਂ ਨੂੰ, ਜਿਹੜੇ ਉਹ ਸਾਡੇ ਕਿਸਾਨ ਬੈਠੇ ਆ ਇਸ ਟਾਈਮ ਪਾਣੀ ਦੇ ਵਿੱਚ ਡੁੱਬੇ ਬੈਠੇ ਆ, ਉਹਨਾਂ ਦਾ ਕੋਈ ਫਿਕਰ ਹੈਗਾ ਉਹਨਾਂ ਨੂੰ ਕਿ ਨਹੀਂ? ਇਹ ਦੇਖੋ ਵੀ ਕਿਸਾਨ ਆਗੂ ਬੈਠੇ ਕਿੱਥੇ ਨੇ? ਹੋਟਲਾਂ 'ਚ ਜਾਂਦੇ ਨੇ, ਜਹਾਜ਼ਾਂ 'ਚ, 에ਅਰ ਕੰਡੀਸ਼ਨ ਗੱਡੀਆਂ 'ਚ। ਆਪਾਂ ਗੱਲ ਉੱਥੇ ਆਉਨੇ ਆ। 26 ਜਨਵਰੀ ਨੂੰ ਇਹਨਾਂ ਨੇ ਜਾਣਾ ਸੀਗਾ ਦਿੱਲੀ ਪ੍ਰਦਰਸ਼ਨ ਕਰਨ, ਠੀਕ ਹੈ। ਪਹਿਲੀ ਗੱਲ ਤਾਂ ਭੂਆ ਦੇ ਵਿਆਹ ਤੇ ਤਾਂ ਆਏ ਨਹੀਂ, ਨਾ ਉੱਥੇ ਪਿਕਨਿਕ ਕਰਨ ਗਏ ਆ। ਜਦ 2 ਦਿਨ ਪਹਿਲਾਂ, 4 ਦਿਨ ਪਹਿਲਾਂ ਦਿੱਲੀ ਸਰਕਾਰ ਕਹਿੰਦੀ ਸੀ ਵੀ ਅਸੀਂ ਤੁਹਾਨੂੰ ਬਟਨ ਨਹੀਂ ਦੇਣਾ, ਇਹ ਕਹਿੰਦੇ ਚੱਕ ਦੇਾਂਗੇ, ਫਲਾਨਾ ਕਰ ਦੇਾਂਗੇ, ਕਿਉਂਕਿ ਸਾਰਾ ਯੂਥ ਨਾਲ ਸੀ ਪਿੱਛੇ। ਫਿਰ ਜੀ 4 ਦਿਨ ਪਹਿਲਾਂ ਉਹਨਾਂ ਨੇ ਕਿਹਾ ਅੱਛਾ ਤੁਸੀਂ ਆ ਜਾਓ।
ਹੁਣ ਮੈਂ ਤੁਹਾਨੂੰ ਦੱਸਦਾ ਵੀ ਲੀਡਰ ਜਿਹੜਾ ਜਦ ਤੱਕ ਉਹ ਦੂਰ ਅੰਦੇਸ਼ੀ ਨਾ ਹੋਵੇ ਤਦ ਤੱਕ ਉਹ ਕੰਮ ਨਹੀਂ ਕਰ ਸਕਦਾ। ਜਦ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਹੁਣ ਆ ਜਾਓ ਤਾਂ ਮੈਂ ਸਮਝਦਾ ਵੀ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਅਸੀਂ ਨਹੀਂ ਆਉਣਾ, ਅੱਜ ਤਾਂ ਤੁਹਾਨੂੰ ਥੱਲੇ ਸਿੱਟਣਾ ਸਿੱਟਤਾ, ਇੱਥੇ ਬੈਠਾਂਗੇ। ਪਹਿਲੀ ਗੱਲ, ਜੇ ਚਲੀ ਗਏ ਸੀ ਫਿਰ ਯੂਥ ਨਾਲ ਲੜ ਪਏ, ਕਦੇ ਉਹ ਕਿਸੇ ਨਾਲ ਲੜ ਪਏ, ਕਦੇ ਉਹ ਦੀਪ ਸਿੱਧੂ ਨਾਲ ਲੜ ਪਏ, ਉਹਨੂੰ ਕਹਤਾ ਤੂੰ ਗੱਦਾਰ ਹੈ, ਕਦੇ ਆ ਦੂਜੇ ਨੂੰ ਕਹਤਾ ਗੱਦਾਰ ਹੈ, ਕਦੇ ਕਿਸੇ ਨੂੰ ਕੁਝ ਕਹਤਾ। ਜੇ ਤੁਸੀਂ ਗਏ ਸੀ ਤੁਸੀਂ ਇਕੱਠੇ ਹੋ ਕੇ ਜਾਂਦੇ, ਚੁੱਪ ਕਰਕੇ ਸੰਸਦ ਨੂੰ ਘੇਰ ਕੇ ਬਹਿ ਜਾਂਦੇ, ਉੱਥੇ ਸ਼ਾਂਤੀ ਸੰਪੂਰਨ ਕਰਨਾ ਸੀ ਨਾ, ਬਹਿ ਜਾਂਦੇ ਸੀ, ਬੈਠੇ ਜੀ ਮਾਰ ਲਓ ਸਾਨੂੰ ਜਿੰਨਾ ਮਾਰਨਾ। ਲੇਕਿਨ ਘੁੰਮ ਕੇ ਰਿੰਗ ਰੋਡ ਤੇ ਸਾਈਕਲ ਚਲਾ ਕੇ ਗਾਣੇ ਗਾ ਕੇ ਵਾਪਸ ਆ ਗਏ। ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਉੱਥੇ ਪਿਕਨਿਕ ਮਨਾਉਣ ਗਏ ਸੀ, ਸੈਰ ਕਰਨ ਗਏ ਸੀ, ਕੀ ਦੱਸਣ ਗਏ ਸੀਗੇ ਵੀ ਅਸੀਂ ਬਹੁਤ ਤਕੜੇ ਆ। ਉਹ ਜਿਹੜੇ ਉੱਥੇ ਬੈਠੇ ਆ ਨਾ ਤਖਤੋ ਤਾਜ ਦੇ ਮਾਲਕ, ਉਹ ਪਰਵਾਹ ਨਹੀਂ ਕਰਦੇ, ਉਹਨਾਂ ਭਲੀ ਭਾਵਾਂ 50 ਕਰੋੜ ਬੰਦਾ ਮਰ ਜੇ ਹਿੰਦੁਸਤਾਨ ਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। 100 ਕਰੋੜ ਮਰ ਜੇ ਕੋਈ ਫਰਕ ਨਹੀਂ ਪੈਂਦਾ, ਉਹ ਕਹਿੰਦੇ 10 ਕਰੋੜ ਰਹਿ ਜਾਣਗੇ ਅਸੀਂ ਉਹਨਾਂ ਤੇ ਰਾਜ ਕਰ ਲਾਂਗੇ। ਉਹਨਾਂ ਦੀ ਇਹ ਥਾਟ ਪ੍ਰੋਸੈਸ ਹੈ। ਤੁਸੀਂ ਕਿਹਦੇ ਨਾਲ ਜਿੱਦੀ ਜਾਂਦੇ ਹੋ? ਇਹਦੇ ਵਾਸਤੇ ਇੱਕ ਪਲੈਨਿੰਗ ਚਾਹੀਦੀ ਹੈ। ਹੁਣ ਤੁਸੀਂ ਸੰਸਦ ਘੇਰਨਾ, ਤੁਸੀਂ ਕੁਝ ਵੀ ਕਰੋਗੇ। ਜਲਿਆਂਵਾਲਾ ਬਾਗ ਦੀ ਕਹਾਣੀ ਤੁਹਾਨੂੰ ਪਤਾ ਹੈ ਕੀ ਹੋਇਆ ਉੱਥੇ? ਉਸ ਵੇਲੇ 5000 ਬੰਦਾ ਮਰਿਆ। ਜਨਰਲ ਡਾਇਰ ਨੇ ਤੇ ਕਿੰਨੇ ਕੁ ਬੰਦੇ ਮਾਰੇ। ਮੈਂ ਉਹਨੂੰ ਕਿਹਾ ਸੀ ਜੇ ਗੋਲੀ ਖਾਣ ਦਾ ਸ਼ੌਕ ਹੈ ਨਾ ਹਿੱਕ ਤੇ ਸਿਰ 'ਚ, ਫਿਰ ਅੱਗੇ ਤੁਰਿਓ। ਇਹਨਾਂ 'ਚ ਕੋਈ ਨਹੀਂ ਮੂਹਰੇ ਲੱਗਦਾ, ਯੂਥ ਨੂੰ ਅੱਗੇ ਲਾਉਂਦੇ ਨੇ। ਹੁਣ ਵੀ ਯੂਥ ਅੱਗੇ ਲੱਗੂਗਾ, ਹੁਣ ਵੀ ਉਹ ਮਰਨਗੇ ਜਿਹੜੇ ਅਸਲੀ ਗੁਰੂ ਨੂੰ ਪਿਆਰ ਕਰਦੇ, ਅਸਲੀ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਆ। ਤੁਸੀਂ ਜਾ ਕੇ ਜੇ ਸੰਸਦ ਘੇਰਨਾ ਤਾਂ ਪਹਿਲਾਂ ਘੇਰ ਕੇ ਬਹਿ ਜਾਂਦੇ। ਹਾਂ, ਹੁਣ ਤੁਸੀਂ ਇਹ ਤੈਯਾ ਕਰ ਲਓ ਕਿ ਅਸੀਂ ਦਿੱਲੀ ਵੜਨਾ, ਕਹਿਣਾ ਅਸੀਂ ਕਿਸੇ ਨੂੰ ਕੁਝ ਨਹੀਂ, ਅਸੀਂ ਪਿਆਰ ਨਾਲ ਜਾ ਕੇ ਉੱਥੇ ਜਾ ਕੇ ਸੰਸਦ ਤੇ ਬਹਿਣਾ। ਅੱਗੇ ਗੋਲੀਆਂ ਚੱਲਣਗੀਆਂ ਤਾਂ ਗੋਲੀਆਂ ਖਾਣ ਨੂੰ ਤਿਆਰ ਹੋ। ਦੋ ਗੱਲਾਂ ਨੇ। ਗੁਰੂ ਸਾਹਿਬ ਨੇ 5 ਪਿਆਰੇ, ਬੜਾ ਧਿਆਨ ਨਾਲ ਮੇਰੀ ਗੱਲ ਸੁਣਿਆ ਤੁਸੀਂ ਬੀਬਾ ਜੀ, ਕਿ ਇਹ ਕੌਮ ਬਿਲਕੁਲ ਨਪੁੰਸਕ ਹੋ ਚੁੱਕੀ ਹੈ, ਇਹ ਕੌਮ ਡਰਦੀ ਹੈ ਬਹੁਤ। ਇਹਨਾਂ ਨੂੰ ਕਿਵੇਂ ਜਗਾਇਆ ਜਾਏ? ਉਹਨਾਂ ਨੇ 1.25 ਮਹੀਨੇ ਪਾਠ ਕਰਕੇ ਚੰਡੀ ਦਾ ਅੰਮ੍ਰਿਤ ਤਿਆਰ ਕਰਕੇ ਸਿੰਘ ਤਿਆਰ ਕੀਤਾ, ਜਿਹਨੂੰ ਕੋਈ ਮਰਨ ਦਾ ਖੌਫ ਨਹੀਂ। ਉਹ ਫੌਜ ਮੜਾਈ, ਮੁਗਲਾਂ ਲੜੀ ਤੇ ਮੁਗਲਾਂ ਦੇ ਗੋਡੇ ਟਿਕਾਤੇ, ਬੰਦਾ ਸਿੰਘ ਬਹਾਦਰ। ਅੱਜ ਵੀ ਅਸੀਂ ਬਹੁਤ ਡਰਦੇ ਹਾਂ ਮੌਤ ਤੋਂ। ਜਦ ਮੈਂ ਬੋਲਦਾ ਸੀ ਬੜੀਆਂ ਗੱਲਾਂ, ਬੜੇ ਟੈਲੀਫੋਨ, ਬੜੇ ਟਵੀਟ ਤੇ ਬੜਾ ਇਹਨਾਂ ਨੇ ਮੇਰੇ ਖਿਲਾਫ ਜੀ ਕੀਤਾ, ਮੇਰੀ ਉਹ ਕਰਕੇ ਵੀਡੀਓ ਨੂੰ ਇੱਧਰ ਉੱਧਰ ਹਿਲਾ ਹਲੂ ਕੇ ਇਹਨਾਂ ਨੇ ਜੋ ਹਿੰਦੂ ਸਿੱਖ ਦਾ ਰੌਲਾ ਪਾਇਆ। ਮੈਂ ਕਿਹਾ ਕੋਈ ਗੱਲ ਨਹੀਂ, ਚਲੋ ਜੇ ਕਿਸੇ ਦੇ ਸੈਂਟੀਮੈਂਟ ਹਰਟ ਹੋਏ ਤਾਂ ਆਪਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ, ਉਹ 'ਚ ਕੋਈ ਹਰਜ ਨਹੀਂ। ਸਾਡੇ ਬੰਦੇ ਨੇ ਬਹੁਤ ਮੈਨੂੰ ਕ੍ਰਿਟਿਸਾਈਜ਼ ਕੀਤਾ, ਲੇਕਿਨ ਮੈਂ ਉਹਨਾਂ ਨੇ ਗੱਲ ਕਹੀ ਸੀ ਮੈਨੂੰ ਚੁੱਪ ਕਰਾਉਣਾ, ਮੇਰੇ ਮੱਥੇ 'ਚ ਗੋਲੀ ਮਾਰਨੀ ਪੈਣੀ। ਇਹ ਲੋਕ ਨਾ ਮੌਤ ਤੋਂ ਡਰਦੇ, ਸਾਡੇ ਲੀਡਰ, ਸਾਡੇ ਰਹਿਨੁਮਾ, ਸਾਡੇ ਕੁਰਸੀਆਂ ਵਾਲੇ, ਕਿਉਂਕਿ 에ਅਰ ਕੰਡੀਸ਼ਨਰ ਦੀ ਆਦਤ ਪੈ ਜਾਏ ਨਾ ਤੇ ਫਿਰ ਗਰਮੀ ਨਹੀਂ ਚੱਲਣੀ। ਪ੍ਰੋਬਲਮ ਇਹ ਹੈ ਕਿ ਦਿਲੋਂ ਸਾਰੇ ਡਰਦੇ ਵੀ ਹਾਏ ਆ ਨਾ ਹੋ ਜੇ, ਆਏ ਹੋ ਜਾ। ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਜਦ ਤੱਕ ਇਸ ਧਰਤੀ ਤੇ ਖੂਨ ਨਹੀਂ ਡੁੱਲਦਾ, ਜਦ ਤੱਕ ਇੱਥੇ ਸ਼ਹੀਦੀਆਂ ਨਹੀਂ ਹੁੰਦੀਆਂ, ਜਦ ਤੱਕ ਇੱਥੋਂ ਮਾਰਾ ਮਾਰੀ ਨਹੀਂ ਹੁੰਦੀ, ਇਹ ਇੰਟਰਨੈਸ਼ਨਲ ਮੁੱਦਾ ਬੜੇ ਬਗੈਰ ਤੇ ਕੁਝ ਨਹੀਂ ਹੋਣਾ। ਸਾਰੀਆਂ ਕੰਟਰੀਆਂ ਨੂੰ ਇਕੱਠੇ ਹੋ ਕੇ ਇੰਟਰਨੈਸ਼ਨਲ ਮੁੱਦਾ ਬਣਾਉਣਾ ਪੈਣਾ, ਔਰ ਜਦ ਉਹ ਬਣੂਗਾ ਉੱਥੇ ਪਾਸ ਹੋਊਗਾ ਫਿਰ ਜਾ ਕੇ ਕਿਤੇ ਠੱਲ ਪੈ ਸਕਦੀ ਹੈ। ਨਹੀਂ ਜਿਹੜੇ ਬੰਦੇ ਨੂੰ ਤੁਸੀਂ ਮੱਥਾ ਲਾ ਰਹੇ ਹੋ ਨਾ, ਤੁਸੀਂ ਉਹਨਾਂ ਬਾਰੇ ਬਿਲਕੁਲ ਨਹੀਂ ਜਾਣਦੇ। ਮੈਂ ਇਹਨਾਂ ਨੂੰ ਉੱਤੇ ਤੋਂ ਲੈ ਕੇ ਥੱਲੇ ਤੱਕ ਜਾਣਦਾ। ਤੇ ਜੇ ਆਪਾਂ ਗੱਲ ਕਰੀਏ, ਤੁਸੀਂ ਵੀ ਮੈਂਸ਼ਨ ਕੀਤਾ ਸੀ ਨਵਜੋਤ ਸਿੰਘ ਸਿੱਧੂ ਜੀ ਦਾ ਜੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸਥਾਪਿਤ ਕੀਤੇ ਗਏ ਆ, ਖੁਸ਼ੀਆਂ ਵੀ ਆ ਵੰਡੀਆਂ, ਭੰਗੜੇ ਪਏ ਆ, ਸਾਰਾ ਕੁਝ ਕੀਤਾ। ਤੁਹਾਨੂੰ ਕੀ ਲੱਗਦਾ ਕਿ ਜੇ ਹੁਣ ਸਿੱਧੂ ਸਾਹਿਬ ਪ੍ਰਧਾਨਗੀ ਆ ਗਈ ਆ ਤੇ ਕਿਸਾਨੀ ਅੰਦੋਲਨ ਦਾ ਜਾਂ ਪੰਜਾਬ ਲਈ ਕੁਝ ਬਣੂਗਾ? ਮੈਂ ਫਿਰ ਬਾਬਾ ਜੀ ਕੋਲ ਬੈਠਾ ਸੀ ਤੇ ਬਾਬਾ ਜੀ ਨੇ ਮੈਨੂੰ ਉੱਠਣ ਲੱਗੇ ਕਿਹਾ, ਬਾਬਾ ਦਰਸ਼ਨ ਜੀ ਕਹਿਣ ਲੱਗੇ ਵੀ ਪੁੱਤ ਕੰਮ ਹੋਰ ਕਰਨਾ, ਗੁਰੂ ਘਰ ਦਾ ਹੁਕਮ ਆਇਆ, ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢੋ। ਬਹੁਤ ਦਿਨ ਦਾ ਚੁੱਪ ਬੈਠਾ। ਮੈਂ ਕਿਹਾ ਜੀ ਹੁਕਮ? ਕਹਿੰਦੇ ਜਾ ਕੇ ਆ। ਮੈਂ ਫੋਨ ਕੀਤਾ, ਮੈਂ ਕਿਹਾ ਸ਼ਹਿਰੀ ਮੈਂ ਘਰੇ ਆ ਰਿਹਾ ਅੰਮ੍ਰਿਤਸਰ, ਤੁਸੀਂ ਦੇਖੀ ਹੋਣੀ ਵੀਡੀਓ, ਅਸੀਂ ਉੱਥੇ ਬੈਠੇ ਰਹੇ 2-3 ਘੰਟੇ। ਤੇ ਉਹ ਬੰਦੇ ਨੇ ਮੁੜ ਕੇ ਪਟਿਆਲੇ ਚਲੇ ਗਏ ਕਿਉਂਕਿ ਉਹਦੀ ਤਬੀਅਤ ਖਰਾਬ ਸੀ। ਪਟਿਆਲੇ ਮੇਰਾ ਆਉਣ ਜਾਣ ਲੱਗਿਆ ਰਿਹਾ। ਮੇਰਾ ਸਿਰਫ ਇੱਕੋ ਕੰਮ ਸੀ, ਮੈਂ ਹੋਕਾ ਦੇਣਾ ਗੁਰੂ ਘਰ ਦਾ ਕਿ ਤੁਸੀਂ ਉੱਠੋ, ਜਾਗੋ। ਸਾਡੀ ਬਹੁਤ ਸਾਰੀਆਂ ਵਾਰਤਾਲਾਪ ਹੋਈਆਂ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿੰਨਾ ਜਨੂਨ ਤੇ ਜਿੰਨਾ ਸਿਦਕ ਤੇ ਜਿੰਨਾ ਪਿਆਰ ਉਹ ਪੰਜਾਬ ਦੀ ਧਰਤੀ ਨੂੰ ਕਰਦਾ, ਸ਼ਾਇਦ ਮੇਰਾ ਖਿਆਲ ਕੋਈ ਵੀ ਏਦਾਂ ਬੰਦਾ ਜਜ਼ਬਾਤੀ ਮੈਂ ਨਹੀਂ ਦੇਖਿਆ। ਬਾਕੀ ਤਾਂ ਰੱਬ ਜਾਣਦਾ, ਕਿਉਂਕਿ ਮੈਂ ਉਹਨੂੰ ਵੱਡਾ ਕੀਤਾ, ਖਿਡਾਇਆ। ਉਹਦਾ ਵਿਆਹ ਵੀ ਆਪਣੇ ਹੱਥੀਂ ਕੀਤਾ ਪਿਓ ਬਣ ਕੇ, ਕਿਉਂਕਿ ਉਹਦੇ ਫਾਦਰ ਦੀ ਡੈਥ ਹੋ ਗਈ ਸੀ, ਔਰ ਬੜੀਆਂ ਭੀੜਾਂ ਦੇ ਵਿੱਚ ਨਾਲ ਵੀ ਰਿਹਾ। ਔਰ ਮੈਂ ਸਮਝਦਾ ਕਿ ਐਸਾ ਸਮਝਦਾਰ ਆਦਮੀ ਹੈ। ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਹਰ ਮੁੱਦੇ ਦਾ ਕੋਈ ਹੱਲ ਹੈ,
ਬਿਜਲੀ ਦਾ ਹੋਵੇ ਜਾਂ ਕਿਸੇ ਰੇਤ ਦਾ ਹੋਵੇ ਜਾਂ ਕਿਸੇ ਐਕਸਾਈਜ਼ ਦਾ ਹੋਵੇ ਜਾਂ ਕੋਈ ਵੀ ਹੋਵੇ, ਜਾਂ 3 ਲੱਖ ਕਰੋੜ ਤੇ ਕਰਜ਼ਾ ਹੈ ਪੰਜਾਬ ਦਾ, ਕਿਵੇਂ ਲਾਉਣਾ, ਉਹ ਸਾਰਾ ਕੁਝ ਉਹਦੇ ਕੋਲ ਹੈਗਾ। ਕਿਸਾਨਾਂ ਵਾਸਤੇ ਵੀ ਬੜੇ ਉਹਦੇ ਕੋਲ ਏਜੰਡੇ ਹੈਗੇ ਵੀ ਆਪਾਂ ਜ਼ਰੂਰੀ ਧਾਨ ਨਹੀਂ ਬੀਜਣੇ, ਪਾਣੀ ਆਪਣਾ ਘਟਦਾ ਜਾਂਦਾ। ਬਹੁਤ ਇੰਟੈਲੀਜੈਂਟ ਆਦਮੀ ਹੈ। ਔਰ ਇਸੇ ਕਰਕੇ ਹਾਈ ਕਮਾਂਡ ਨੇ, ਚਲੋ ਮੈਂ ਹੋਕਾ ਦੇਣਾ ਸ਼ੁਰੂ ਕੀਤਾ ਜਦੋਂ ਮੈਂ ਨਵਜੋਤ ਸਿੰਘ ਸਿੱਧੂ ਬਾਰੇ ਬੋਲ ਰਿਹਾ ਸੀ, ਲੋਕੀ ਕਹਿੰਦੇ ਪਾਗਲ ਮਾਰੀ ਜਾਂਦਾ ਆਪਦੀਆਂ, ਜੋ ਉਹਦਾ ਮੂੰਹ ਚ ਆਉਂਦਾ ਬੋਲਦਾ। ਅੱਜ ਇਹ ਵੀ ਕਦੇ ਹੋ ਸਕਦਾ ਵੀ ਕਦੇ ਕੋਈ ਚੇਂਜ ਕਰਦੇ ਐ, ਕਦੇ ਹਾਈ ਕਮਾਂਡ ਕਰ ਦੂਆ ਫਲਾਣਾ, ਬਥੇਰੇ ਮੇਰੇ ਘਰ ਦੇ ਵੀ ਆਪ ਮੈਨੂੰ ਕ੍ਰਿਟਿਸਾਈਜ਼ ਕਰੀ ਜਾਂਦੇ ਸੀ। ਪਰ ਉਹ ਦਿਨ ਆਇਆ, ਉਹ ਦਿਨ ਇਸ ਕਰਕੇ ਆਇਆ ਕਿਉਂਕਿ ਗੁਰੂ ਦਾ ਹੁਕਮ ਸੀ। ਬਾਹਰ ਨਿਕਲਿਆ, ਬਰਗਾੜੀ ਤੇ ਬੋਲਿਆ, ਹੋਰ ਬੋਲਿਆ, ਔਰ ਅੱਜ ਉਹ ਪ੍ਰਧਾਨ ਬਣ ਕੇ ਆ ਗਿਆ। ਬੜੀ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਨੇ ਪਹਿਲੀ ਵਾਰੀ ਇੱਕ ਐਸਾ ਕਦਮ ਲਿਆ, ਔਰ ਮੈਂ ਸਮਝਦਾ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ, ਇਹ ਦੋ ਜਿਹੜੇ ਬੱਚੇ ਨੇ, ਇਹ ਡਿਸੀਜਨ ਮੇਕਰ ਨੇ। ਜੇ ਤੁਸੀਂ ਜ਼ਿੰਦਗੀ 'ਚ ਡਿਸੀਜਨ ਨਹੀਂ ਨਾ ਲੈ ਸਕਦੇ, ਉਹ ਡਿਸੀਜਨ ਤੁਹਾਡਾ ਚੰਗਾ ਵੀ ਹੋ ਸਕਦਾ, ਤੁਹਾਡਾ ਗਲਤ ਵੀ ਹੋ ਸਕਦਾ, ਪਰ ਡਿਸੀਜਨ ਲਿਆ ਤੁਸੀਂ। ਉਹਨਾਂ ਨੇ ਸਭ ਤੋਂ ਬੈਸਟ ਡਿਸੀਜਨ ਲਿਆ। ਔਰ ਮੈਂ ਕਹੂੰਗਾ ਸਰਦਾਰ ਅਮਰਿੰਦਰ ਸਿੰਘ ਜੀ ਨੂੰ ਵੀ, ਸਾਰਿਆਂ ਨੂੰ ਕਹੂੰਗਾ ਵੀ ਰਲ ਮਿਲ ਕੇ ਪੰਜਾਬ ਦੀ ਗੱਲ ਕਰੋ, ਪੰਜਾਬ ਦਾ ਫਾਇਦਾ ਕਰੀਏ, ਆਪਣੀ ਈਗੋਜ਼ ਨਾ ਤੁਸੀਂ ਵਿੱਚ ਲਿਆਓ। ਉਹ ਆਦਮੀ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੈ, ਲੇਕਿਨ ਉਹ ਸਿਆਣਾ ਹੈ, ਉਹ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਹੁਣ ਗੱਲ ਇੱਥੇ ਆਉਂਦੀ ਹੈ ਵੀ ਕੱਲ ਨੂੰ ਨਵਜੋਤ ਸਿੰਘ ਸਿੱਧੂ ਦੇ ਅੱਗੇ ਕੀ ਖੜਾ ਹੈ? ਉਹਦੇ ਅੱਗੇ ਪਹਾੜ ਖੜਾ ਬਹੁਤ ਵੱਡਾ, ਉਹਦੇ ਅੱਗੇ ਖਾਈ ਖੜੀ ਹੈ, ਉਹਦੇ ਅੱਗੇ ਸਮੁੰਦਰ ਖੜਾ ਠਾਠਾ ਮਾਰਦਾ, ਉਹਨੂੰ ਪਾਰ ਕਰਕੇ ਉਹਨੇ ਜਾਣਾ, ਲੀਡਰਸ਼ਿਪ ਨੂੰ ਗਾਹਾਂ ਲੈ ਕੇ ਜਾਣਾ। ਉਹਦੇ ਦੁਸ਼ਮਣ ਬੜੇ ਨੇ, ਉਹਨੂੰ ਥੱਲੇ ਖਿੱਚਣ ਵਾਲੇ ਬਹੁਤ ਨੇ। ਐਸਾ ਮੰਜ਼ਰ ਹੋਇਆ ਹੈ ਕਿ ਮੁਗਲਾਂ ਦਾ ਰਾਜ ਹੈ ਤੇ ਇੱਕ ਪਾਸੇ ਖੜੇ ਨੇ ਸਿੱਖ ਤੇ ਇੱਕ ਪਾਸੇ ਖੜੇ ਨੇ ਮੁਗਲ ਤੇ ਲੜਾਈ ਚੱਲ ਰਹੀ ਹੈ। ਇਹ ਮੰਜ਼ਰ ਹੋਇਆ ਖੜਾ ਹੈ। ਲੇਕਿਨ ਜਿੱਤ ਕਿਹਦੀ ਹੁੰਦੀ ਹੈ? ਜਿਹਦੇ ਵੱਲ ਰੱਬ ਹੁੰਦਾ ਹੈ। ਅੱਜ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ ਬੀਬਾ ਜੀ, ਉਹ ਇਸ ਕਰਕੇ ਨਹੀਂ ਬਣਿਆ ਕਿ ਜੀ ਕਿਸੇ ਨੇ ਹੋਕਾ ਦਿੱਤਾ ਜਾਂ ਕਿਸੇ ਨੇ ਲਾਲਾ ਕੀਤੀ ਤਾਂ ਬਣ ਗਿਆ। ਉਹ ਅਕਾਲ ਪੁਰਖ ਤੇ ਗੁਰੂ ਘਰ ਦੇ ਹੁਕਮ ਨਾਲ ਬਣਿਆ, ਨਹੀਂ ਤਾਂ ਐਡਾ ਵੱਡਾ ਡਿਸੀਜਨ ਕਦੇ ਕੋਈ ਲੈਂਦਾ ਨਹੀਂ ਹੁੰਦਾ। ਮੈਂ ਸਮਝਦਾ ਸਾਰੇ ਪੰਜਾਬ ਦੇ ਲੋਕਾਂ ਨੂੰ, ਤੁਸੀਂ ਸਾਰੇ NRIs ਜਿਹੜੇ ਹੋ, ਸਾਰੇ ਇਕੱਠੇ ਹੋ ਕੇ, ਪ੍ਰੈਸ ਵਾਲੇ, ਮੀਡੀਆ ਵਾਲੇ, ਓਨੈਸਟਲੀ ਜੇ ਨਵਜੋਤ ਸਿੰਘ ਸਿੱਧੂ ਨਾਲ ਤੁਰੋਗੇ ਤਾਂ ਤੁਸੀਂ ਉਹ ਜਿੱਤ ਪਾਓਗੇ ਜਿਹੜੀ ਜ਼ਿੰਦਗੀ ਦੇ ਵਿੱਚ ਅੱਗੇ ਹਿੰਦੁਸਤਾਨ ਨੂੰ ਲੈ ਕੇ ਜਾਏਗੀ। ਜੇ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਐਜ਼ CM ਆਉਂਦਾ ਹੈ, ਲੀਡਰ ਅੱਗੇ ਵੱਧਦਾ ਹੈ, ਤੇ ਫਿਰ ਪੰਜਾਬ ਤੋਂ ਲੈ ਕੇ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਲਹਿਰ ਆ ਸਕਦੀ। ਸੋ ਵਿਚਾਰ ਹੈ ਮੇਰਾ ਆਪਣਾ, ਮੈਂ ਤੁਹਾਡਾ ਆਪਣਾ ਵਿਚਾਰ ਹੈ। ਮੈਂ ਸਮਝਦਾ ਕਿ ਉਹਦੀ ਲੀਡਰਸ਼ਿਪ ਦੇ ਵਿੱਚ ਬਹੁਤ ਦਮ ਹੈ, ਉਹਦੇ ਨਾਲ ਬੜੀ ਦੁਨੀਆ ਤੁਰੀ ਹੋਈ ਹੈ, ਸਾਰੇ MLA ਸਾਰੇ ਮੰਤਰੀ ਤੁਰੇ ਹੋਏ ਆ, ਔਰ ਹਰੇਕ ਨੂੰ ਮਨਾਉਂਦਾ ਫਿਰਦਾ। ਤੁਸੀਂ ਉਸ ਬੰਦੇ ਨੂੰ ਦੇਖੋ, ਕਿਰਦਾਰ ਉਹਦਾ, ਉਹਨੇ ਵੱਡੇ ਦੇ ਜਾ ਕੇ ਪੈਰੀ ਹੱਥ ਲਾਏ, ਭਾਵੇਂ MLA ਸੀ ਭਾਵੇਂ ਮੰਤਰੀ ਸੀ, ਗੁਰੂ ਘਰ ਗਿਆ, ਦਰਗਾਹ ਮੰਦਿਰ ਗਿਆ, ਰਾਮ ਤੀਰਥ ਜੀ ਤੇ ਜਾ ਕੇ ਆਇਆ, ਬਾਬਾ ਬੁੱਢਾ ਜੀ ਤੇ ਜਾ ਕੇ ਆਇਆ। ਜਿਸ ਬੰਦੇ ਨੂੰ ਪ੍ਰਮਾਤਮਾ ਦੇ ਨਾਲ ਲਗਾਵ ਹੋਵੇ ਔਰ ਹਰ ਗੱਲ ਚ ਪ੍ਰਮਾਤਮਾ ਕਹਿੰਦਾ ਹੋਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀ, ਸਵੇਰੇ ਅਰਦਾਸ ਕਰਕੇ ਤੁਰਦਾ ਸੀ ਹਰਿਮੰਦਰ ਸਾਹਿਬ ਤੋਂ, ਸ਼ਾਮ ਨੂੰ ਅਰਦਾਸ ਕਰਕੇ ਵਾਪਸ ਆਉਂਦਾ ਸੀ। ਫਤਿਹ ਕਿਹਦੀ ਫਤਿਹ? ਗੁਰ ਫਤਿਹ, ਅਕਾਲ ਪੁਰਖ ਦੀ ਫਤਿਹ। ਸੋ ਜਿਸ ਦੇ ਵਿੱਚ ਇਹ ਦਮ ਹੋਵੇ, ਉਹਨੂੰ ਦੁਨੀਆ ਦਾ ਇਨਸਾਨ ਨਹੀਂ ਕਦੇ ਹਰਾ ਸਕਦਾ। ਸੋ ਮੈਂ ਸਮਝਦਾ, ਮੇਰਾ ਦਿਲ ਕਹਿੰਦਾ, ਮੈਂ ਪਹਿਲਾਂ ਵੀ ਕਹਿੰਦਾ ਸੀ, ਹੁਣ ਵੀ ਕਹਿਣਾ, ਆਉਣ ਵਾਲਾ ਸਮਾਂ ਬਾਕੀ ਗੁਰੂ ਨੇ ਥਾਪੜਾ ਦੇ ਕੇ ਇਹਨੂੰ ਲਿਆਉਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਿਹੜੀ ਥਾਪਨਾ ਹੈ, ਉਹ ਦੁਬਾਰਾ ਮੈਨੂੰ ਦਿਖਦੀ ਹੈ ਕਿ ਨਵਾਂ ਸੂਰਜ ਪੰਜਾਬ ਤੇ ਚੜ੍ਹੇਗਾ। ਬਾਕੀ ਖੁਦਾ ਜਾਣਦਾ, ਫੈਸਲਾ ਉਹਦਾ, ਮੈਨੂੰ ਇਹ ਲੱਗਦਾ। ਤੇ ਜਿੱਦਾਂ ਆਪਣੇ ਕੈਪਟਨ ਸਾਹਿਬ CM ਤੇ ਨਵਜੋਤ ਸਿੱਧੂ ਦੇ ਵਿੱਚ ਵੀ ਅੱਜ ਕੱਲ ਥੋੜੀ ਜਿਹੜੀ ਨੋਕਾ ਚੋਕੀ ਜਿਹੜੀ ਚੱਲਦੀ ਆ, ਤੇ CM ਸਾਹਿਬ ਕਹਿੰਦੇ ਆ ਕਿ ਮੇਰੇ ਤੋਂ ਆਣ ਕੇ ਮਾਫੀ ਮੰਗਣ। ਕੀ ਇਹ ਆਪਣੇ ਸਿੱਧੂ ਸਾਹਿਬ ਮਾਫੀ ਮੰਗਣਗੇ ਜਾਂ ਕੀ ਬਣੂਗਾ? ਬੀਬਾ ਜੀ ਕਿਸ ਗੱਲ ਦੀ ਮਾਫੀ ਦੱਸੋ? ਕੋਈ ਨੇ ਗਾਲ ਕੱਢਤੀ, ਕੋਈ ਨੇ ਛਿੱਤਰ ਮਾਰਤੇ, ਕੀ ਕਿਹਾ? ਕਿਸ ਗੱਲ ਦੀ ਮਾਫੀ? ਸਿਰਫ ਉਹਨੇ ਬੰਦਿਆਂ ਦੀ ਆਵਾਜ਼ ਉਠਾਈ, ਪੰਜਾਬ ਦੀ ਆਵਾਜ਼ ਉਠਾਈ ਤਾਂ ਮਾਫੀ ਮੰਗੇ। ਇਹ ਕਵੇ ਕਿ ਜੀ ਮੈਂ ਤਾਂ ਆਵਾਜ਼ ਉਠਾਈ, ਬੜਾ ਗਲਤ ਕੀਤਾ। ਔਰ ਮੈਂ ਪਹਿਲੀ ਵਾਰੀ ਦੇਖਿਆ ਇੱਕ ਬਾਪ ਆਪਣੇ ਪੁੱਤਰ ਤੋਂ ਕਿੰਨੀ ਜੈਲਸੀ ਕਰ ਸਕਦਾ ਹੈ। ਮੇਰਾ ਬੇਟਾ ਹੋਵੇ, ਭਾਵੇਂ ਮੇਰੇ ਢਿੱਡੋਂ ਨਾ ਹੀ ਜੰਮਿਆ ਹੋਵੇ, ਮੇਰਾ ਖੂਨ ਨਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਾ, ਚਾਰ ਮੂਏ ਤੋਂ ਕਿਹਾ ਹੁਆ ਮੇਰੇ ਜੀਵਤ ਕਈ ਹਜ਼ਾਰ। ਇਹ ਸਾਰੇ ਮੇਰੇ ਪੁੱਤਰ ਨੇ, ਇਹ ਸਾਰੇ ਮੇਰੇ ਬੱਚੇ ਨੇ। ਤੇ ਇੱਕ ਬਾਪ ਸਰਦਾਰ ਅਮਰਿੰਦਰ ਸਿੰਘ ਜੀ ਇੱਕ ਬੜੇ ਖਾਨਦਾਨੀ ਬੰਦੇ ਨੇ। ਮੇਰਾ ਤਾਂ ਇਸ ਖਾਨਦਾਨ ਦੇ ਨਾਲ ਇੰਨਾ ਕਿ ਨੇੜਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰਾ ਸਕਾ ਫੁੱਫੜ ਜਰਨਲ ਗੁਰਦਿਆਲ ਸਿੰਘ ਹਰੀਕਾ ਮਹਾਰਾਜਾ ਭੁਪਿੰਦਰ ਸਿੰਘ ਦੀ ਆਰਮੀ ਦਾ ਜਰਨੈਲ ਹੁੰਦਾ ਸੀ। ਮੇਰੇ ਫਾਦਰ ਸਾਹਿਬ ਸਰਦਾਰ ਭਾਗ ਸਿੰਘ ਬੰਦੇਲ SP ਪੈਪਸੂ ਪੁਲਿਸ ਉਦੋਂ
ਬ੍ਰਿਟਿਸ਼ ਟਾਈਮ ਹੁੰਦੇ ਸੀ ਜਦ ਮਹਾਰਾਜਾ ਭੁਪਿੰਦਰ ਸਿੰਘ ਜੀ, ਉਹਨਾਂ ਦੇ ਪੁੱਤਰ ਯਾਦਵਿੰਦਰ ਸਿੰਘ ਜੀ, ਉਹਨਾਂ ਦੇ ਸੁਪੁੱਤਰ ਅਮਰਿੰਦਰ ਸਿੰਘ ਜੀ। ਕਿਆ ਖਾਨਦਾਨ, ਕਿਆ ਸਰਦਾਰੀ, ਕਿਆ ਬਾਤ, ਕਿਆ ਰਾਜਾ। ਹੋਰ ਕੋਈ ਕਰਦਾ, ਬਾਦਲ ਕੇ ਕਰਦੇ, ਕੋਈ ਹੋਰ ਕਰਦੇ, ਚਲੋ ਮੈਂ ਸਮਝ ਲੈਂਦਾ ਕਿ ਅਜੇ ਵੀ ਮਾੜੀ ਮੋਟੀ ਸਮਝ ਨਹੀਂ ਹੈ, ਪਰ ਅਮਰਿੰਦਰ ਸਿੰਘ ਜੀ ਦਾ ਏਦਾਂ ਕਰਦੇ ਨੇ, ਮੈਨੂੰ ਬੜਾ ਦੁੱਖ ਹੁੰਦਾ ਕਿ ਤੁਸੀਂ ਖਾਨਦਾਨੀ ਹੋ, ਤੁਸੀਂ ਪਿਤਾ ਦੇ ਸਮਾਨ ਹੋ, 84 ਸਾਲ ਦੀ ਤੁਹਾਡੀ ਉਮਰ ਹੋ ਗਈ। ਨਵਜੋਤ ਸਿੰਘ ਸਿੱਧੂ ਦੇ ਪੁੱਤਾਂ ਵਰਗਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣ ਲੱਗਿਆ, ਔਰ ਗੱਲ ਧਿਆਨ ਨਾਲ ਸੁਣਿਓ ਕਿ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਹਰੀ ਸਿੰਘ ਨਲੂਆ ਜੀ, ਪੁੱਤਰ ਮੇਰੇ ਪੁੱਤਰ ਨੌ ਨਿਹਾਲ ਨੂੰ ਟ੍ਰੇਨਿੰਗ ਕਰ। ਕਹਿੰਦਾ ਠੀਕ ਹੈ ਜੀ, ਭੇਜਤਾ ਜੀ। ਮਹੀਨੇ ਬਾਅਦ ਪੁੱਛਿਆ, ਹਾਂ ਵੀ ਮੇਰਾ ਪੁੱਤਰ ਕਿਵੇਂ ਹੈ? ਕਹਿੰਦਾ ਕਾਹਦਾ ਹੈ? ਸ਼ਾਮ ਨੂੰ ਸ਼ਰਾਬ ਪੀ ਲੈਂਦਾ, ਸਵੇਰੇ ਭੀਮ ਖਾ ਲੈਂਦਾ ਹੈ, ਸਾਰਾ ਦਿਨ ਕੰਮ ਨਹੀਂ ਕਾਜ ਨਹੀਂ, ਇਹਨੂੰ ਮੈਂ ਨਹੀਂ ਕਰ ਸਕਦਾ, ਇਹ ਗੁਰੂ ਦੇ ਨਾਲ ਜੁੜੇ ਹੀ ਬਿਲਕੁਲ ਨਹੀਂ। ਤੁਸੀਂ ਕੀ ਸਿੱਖਿਆ ਦਿੱਤੀ ਹੈ? ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਇਹਨੂੰ ਰਾਜਾ ਬਣਾਉਣਾ ਹੈ। ਤੇ ਹਰੀ ਸਿੰਘ ਨਲੂਆ ਕਹਿਣ ਲੱਗਾ ਮਾਫ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ, ਤੁਸੀਂ ਕੌਣ ਹੋ ਗੱਲ ਕਹਿਣ ਵਾਲੇ? ਅਗਲਾ ਰਾਜਾ ਗੱਦੀ ਤੇ ਕੌਣ ਹੋਏਗਾ ਸਿੱਖ ਪੰਥ ਤੈਅ ਕਰੇਗਾ, ਇਹ ਤੁਸੀਂ ਨਹੀਂ ਕਰ ਸਕਦੇ। ਤੁਹਾਨੂੰ ਅਸੀਂ ਲੀਡਰ ਤਾਂ ਮੰਨਿਆ, ਤੁਹਾਨੂੰ ਆਪਦਾ ਆਗੂ ਇਸ ਕਰਕੇ ਮੰਨਿਆ ਕਿਉਂਕਿ ਤੁਸੀਂ ਉਹਦੇ ਕਾਬਿਲ ਹੋ। ਕੋਲ ਖੜਾ ਸੀ ਧਿਆਨ ਚੰਦ ਡੋਗਰਾ। ਰਾਜੇ ਮਹਾਰਾਜੇ ਲੀਡਰ ਤੇ ਜਿਹੜੇ ਰਾਜ ਨੇ ਪਤਾ ਬਰਬਾਦ ਕਦ ਹੁੰਦੇ ਨੇ? ਜਦ ਕੰਨਾਂ ਦੇ ਕੱਚੇ ਹੁੰਦੇ ਨੇ ਤੇ ਚਾਪਲੂਸ ਬੰਦੇ ਨਾਲ ਰਲ ਜਾਣੇ, ਚਮਚੇ ਕੜਛੀਆਂ ਸਾਰੀਆਂ। ਉਹ ਹੁਣ ਰਾਜਾ ਸਾਹਿਬ ਦਾ ਵੀ ਹਾਲ ਹੈ। ਧਿਆਨ ਚੰਦ ਡੋਗਰੇ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਨੂੰ, ਦੇਖਿਆ ਜੀ ਤੁਸੀਂ ਕਹਿੰਦੇ ਸੀ ਮੇਰਾ ਵਫਾਦਾਰ ਹੈ, ਇਹ ਤਾਂ ਤੁਹਾਡੇ ਮੁੰਡੇ ਨੂੰ ਨਹੀਂ ਚੱਲਦਾ। ਉਹਦੇ ਮਨ ਚ ਗੱਲ ਆ ਗਈ, ਕਹਿੰਦਾ ਚੰਗਾ ਨਾਰਦਰਨ ਫਰੰਟ ਦਾ ਗਵਰਨਰ ਬਣਾ ਦਿਓ, ਨਾ ਇੱਥੇ ਰਹੂਗਾ ਨਾ ਮੇਰਾ ਸਿਰ ਖਾਊਗਾ। ਜਦ ਹਰੀ ਸਿੰਘ ਨਲੂਏ ਨੇ ਕੂਚ ਕੀਤਾ, ਇਹ ਗੱਲ ਕਹੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਮੈਂ ਤਾਂ ਚੱਲਿਆ, ਪਰ ਅੱਜ ਪਤਾ ਇਹ ਲੱਗਿਆ ਕਿ ਮਤਰੇਈ ਮਾਂ ਨੇ ਆਪਣੇ ਸੁਪੁੱਤਰ ਨੂੰ ਬਾਹਰ ਕੱਢ ਕੇ ਤੇ ਆਪਣੇ ਪੁੱਤਰ ਨੂੰ ਗੋਦੀ ਬਿਠਾ ਲਿਆ, ਪਰ ਜਿਹੜਾ ਸਪੋਲੀਆ ਤੂੰ ਗੋਦੀ ਬਿਠਾਇਆ ਇਹ ਨਹੀਂ ਤੇਰਾ ਸਿੱਖ ਰਾਜ ਖਤਮ ਕਰ ਦੇਣਾ ਜਿੱਦਣ ਅਸੀਂ ਨਾ ਰਹੇ। ਉਹੀ ਗੱਲ ਹੋਈ, ਇੱਥੇ ਵੀ ਇਹੀ ਗੱਲ ਹੋਈ ਖੜੀ ਹੈ। ਰਾਜਾ ਸਾਹਿਬ ਦੇ ਜਿਹੜੇ ਨਾਂ ਦੇ ਬੰਦੇ ਨੇ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਉਹਨਾਂ ਨੂੰ ਭਰ ਭਰ ਕੇ ਖਰਾਬ ਕੀਤਾ। ਅਦਰਵਾਈਜ਼ ਇਹਨਾਂ ਤੋਂ ਵਧੀਆ ਲੀਡਰ ਕੋਈ ਨਹੀਂ ਸੀ। ਮੈਂ ਅੱਜ ਵੀ ਤੁਹਾਨੂੰ ਕਹਿੰਦਾ, ਜੋ ਇਹਨਾਂ ਰਾਜ ਕੀਤੇ, ਜੋ ਉਹਨਾਂ ਦੀ ਗੱਲ, ਜੋ ਉਹਨਾਂ ਦੀ ਬਾਤ, ਜੋ ਐਜੂਕੇਸ਼ਨ ਹੈ, ਜੋ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ, ਜੋ ਬਲੱਡ ਹੈ, ਇਹਨਾਂ ਵਰਗਾ ਬੰਦਾ ਹੈ ਨਹੀਂ। ਪਰ ਕਈ ਵਾਰੀ ਬੰਦੇ ਦੀ ਜਿਹੜੀ ਉੱਠਣੀ ਬੈਠਣੀ ਚਮਚਿਆਂ ਦੀ ਤੇ ਮਾੜੀ ਸੰਗਤ ਹੋ ਜੇ ਨਾ, ਫਿਰ ਉਹ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਜਿਹੜੇ ਅੱਜ ਹੋਏ ਖੜੇ ਨੇ। ਲੇਕਿਨ ਫਿਰ ਵੀ ਮੈਂ ਕਹੂੰਗਾ, ਮੈਂ ਹਮੇਸ਼ਾ ਹੀ ਰਿਕੁਐਸਟ ਕੀਤੀ, ਔਰ ਮੈਂ ਬਹੁਤ ਆਦਰਨੀ ਹੈ ਰਾਜਾ ਸਾਹਿਬ ਦਾ, ਮੈਂ ਬੜਾ ਫੈਨ ਆ, ਰਹੂੰਗਾ। ਮੈਨੂੰ ਪਤਾ ਬਹੁਤ ਚੰਗੇ ਬੰਦੇ ਆ, ਲੇਕਿਨ ਮਿਸਗਾਈਡਡ ਨੇ ਕਿ ਅੱਜ ਵੀ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਹਿੱਕ ਨਾਲ ਲਾ ਕੇ ਤੁਰੋ, ਕਿਉਂਕਿ ਤੁਹਾਡਾ ਇੰਨਾ ਐਕਸਪੀਰੀਅੰਸ ਹੈ ਤੇ ਪੰਜਾਬ ਦਾ ਭਲਾ ਕਰੋ। ਤੇ ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਜੋਗਰਾਜ ਸਿੰਘ ਜੀ ਨੂੰ, ਮਾਨਯੋਗ ਜੋਗਰਾਜ ਸਿੰਘ ਜੀ, ਕੀ ਅਸੀਂ ਇਹਨਾਂ ਨੂੰ ਵੀ ਦੇਖ ਸਕਦੇ ਹਾਂ ਇਲੈਕਸ਼ਨਸ ਦੇ ਵਿੱਚ ਜਾਂ ਪੰਜਾਬ ਦੀ ਪੋਲਿਟਿਕਸ ਵਿੱਚ? ਮੈਨੂੰ ਗੁਰੂ ਘਰ ਦਾ ਹੁਕਮ ਨਹੀਂ। ਮੈਂ ਬੜੀ ਵਾਰੀ ਇਹ ਗੱਲ ਕਹੀ, ਜਿੰਨਾ ਕੁ ਮੈਨੂੰ ਹੁਕਮ ਮਿਲਿਆ ਉਹਨਾਂ ਕੁ ਮੈਂ ਨਿਭਾਤਾ, ਮੇਰਾ ਕੰਮ ਸੰਪੂਰਨ ਹੋ ਗਿਆ। ਬਹੁਤ ਸਾਰੇ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਵੀ ਇਹ ਜੀ, ਮੈਂ ਕਿਹਾ ਵੀ ਜਿਹਨੇ ਮਿਲਣ ਆਉਣਾ ਮੇਰੇ ਕੋਲ ਆ ਜਾਏ, ਉਹ ਮੇਰਾ ਪੁੱਤਰ ਹੈ, ਉਹਨੂੰ ਥਾਪੜਾ ਗੁਰੂ ਨੂੰ ਦਿੱਤਾ ਹੈ, ਜੋ ਗੁਰੂ ਦਾ ਹੁਕਮ ਹੁੰਦਾ ਮੈਂ ਨਵਜੋਤ ਸਿੰਘ ਸਿੱਧੂ ਤੱਕ ਪਹੁੰਚਾ ਦਿੰਦਾ ਵੀ ਭਾਈ ਅੱਜ ਗੁਰੂਆਂ ਨੇ ਆਹ ਕਿਹਾ, ਅੱਜ ਗੁਰੂ ਘਰ ਚੋਂ ਆਹ ਹੁਕਮ ਆਇਆ, ਅੱਜ ਬਾਬਾ ਜੀ ਨੇ ਗੱਲ ਕਹੀ ਹੈ। ਉਹ ਮੇਰੀ ਡਿਊਟੀ ਹੈ। ਮੈਂ ਇਸ ਗੰਦ 'ਚ ਨਹੀਂ ਵੜਨਾ ਚਾਹੁੰਦਾ ਕਿਉਂਕਿ ਮੇਰੀ ਜ਼ਿੰਦਗੀ ਪੀਰੀ ਫਕੀਰੀ ਦੀ ਹੈ ਜੀ। ਮੈਂ ਤਾਂ ਭੈਣ ਜੀ ਮਾਲਾ ਫੇਰਨ ਵਾਲਾ, ਵਾਹਿਗੁਰੂ ਦੀ ਜੋਤ ਮੇਰੇ ਬਾਬਾ ਜੀ ਦੀ ਜਲਦੀ ਹੈ, ਉਹਦੀ ਮੈਂ ਆਰਾਧਨਾ ਕਰਨ ਵਾਲਾ ਬੰਦਾ, ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਬੰਦਾ। ਮੈਂ ਆਪਣਾ ਜੀਵਨ ਬੜਾ ਔਖਾ ਸੁਧਾਰਿਆ ਕਿਉਂਕਿ ਮੇਰੇ 'ਚ ਬੜੇ ਨੁਕਸ ਸੀ, ਮੇਰੇ 'ਚ ਬੜੇ ਐਬ ਸੀ, ਮੇਰੇ 'ਚ ਬੜੇ ਗੁਨਾਹ ਸੀ। ਮੈਨੂੰ ਠੀਕ ਕਰਦੇ ਆ ਵੀ ਮੈਂ ਜਦ ਮਰਨਾ ਤਾਂ ਮੇਰੇ ਮੂੰਹ ਤੇ ਵਾਹਿਗੁਰੂ ਹੋਵੇ, ਇਹ ਨਾ ਹੋਵੇ ਵੀ ਹਾਂ ਮੇਰੀ ਜਨਾਨੀ ਆ, ਮੇਰਾ ਪੁੱਤਰ ਆ ਜੀ, ਆ ਮੇਰਾ ਰਿਸ਼ਤੇਦਾਰ ਫਲਾਨਾ। ਮੈਂ ਉਸ ਚੀਜ਼ ਉੱਤੇ ਤੁਰਿਆ ਜਾ ਰਿਹਾ, ਠੀਕ ਹੈ। ਲੇਕਿਨ ਜੇ ਗੁਰੂ ਘਰ ਦਾ ਹੁਕਮ ਆਊਗਾ, ਜੇ ਗੁਰੂ ਘਰ ਤੋਂ ਇਹ ਗੱਲ ਆਊਗੀ ਕਿ ਯੋਗਰਾਜ ਸਿੰਘ ਤੋਂ ਇਲੈਕਸ਼ਨ ਲੜਨੀ ਹੈ, ਤਾਂ ਫਿਰ ਉਹ ਜਿੱਥੋਂ ਲੜਾਉਣੀ ਹੈ, ਕਿਵੇਂ ਲੜਾਉਣੀ ਹੈ, ਗੁਰੂ ਜਾਣਦਾ, ਮੈਨੂੰ ਨਹੀਂ ਪਤਾ। ਸੋ ਮੈਨੂੰ ਤੁਸੀਂ ਜਿੰਨੇ ਕੁ ਸਵਾਲ ਪੁੱਛਣੇ ਜਾ ਕੇ ਬਾਬਾ ਦਰਸ਼ਨ ਸਿੰਘ ਜੀ ਕੋਲ ਪੁੱਛ ਲਿਆ ਕਰੋ ਜੀ, ਯੋਗਰਾਜ ਸਿੰਘ ਬਾਰੇ ਤੁਹਾਡਾ ਕੀ ਵਿਚਾਰ ਹੈ। ਉਹ ਆਪੇ ਦੱਸਣਗੇ ਵੀ ਸਾਡੇ ਪੁੱਤਰ ਦਾ ਕੀ ਵਿਚਾਰ ਹੈ। ਮੇਰੀਆਂ ਹਰ ਵਕਤ ਡਿਊਟੀਆਂ ਲੱਗਦੀਆਂ ਤੇ ਅਸੀਂ ਨਵੀਂ ਡਿਊਟੀ ਸਾਡੀ ਲੱਗਣੀ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੋਂ ਪਹਿਲਾਂ ਤੇ ਸ਼ਹੀਦੀ ਦੇ ਦਿਹਾੜੇ ਤੱਕ ਮੇਰੀ ਇੱਕ ਡਿਊਟੀ ਲੱਗੀ। ਮੈਨੂੰ ਬੜੀ ਖੁਸ਼ੀ ਹੋਈ ਅੱਜ ਮਹਾਰਾਜ ਨੇ ਮੈਨੂੰ ਗੁਰੂ ਘਰ ਦਾ ਕੰਮ ਕਿਹਾ। ਰਹੀ ਇਲੈਕਸ਼ਨ ਲੜਨ ਦੀ ਗੱਲ, ਹਾਂ ਮੈਨੂੰ ਨਹੀਂ ਪਤਾ ਗੁਰੂ ਮਹਾਰਾਜ ਨੇ ਕੀ ਰੱਖਿਆ, ਪਰ ਜੇ ਕਿਤੇ ਮੇਰੇ ਹੱਥ 'ਚ ਸੱਤਾ ਆ ਗਈ ਤੇ ਨਵਜੋਤ ਸਿੰਘ ਸਿੱਧੂ ਰਿਹਾ ਲੀਡਰ, ਤਾਂ ਭੈਣ ਮੇਰੀ ਫਿਰ ਇੱਕ ਗੱਲ ਤੈਨੂੰ ਦੱਸ ਦਿੰਦਾ ਜ਼ਰੂਰ ਜ਼ਿੰਦਗੀ ਦੇ ਵਿੱਚ,
ਵੀ ਲੋਕੀ ਯਾਦ ਕਰਿਆ ਕਰਨਗੇ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਬੰਦਾ ਆਇਆ ਸੀ। ਪਰ ਇਹ ਗੱਲ ਹੋਰ ਹੈ ਕਿ ਹੁਕਮ ਜੋ ਗੁਰੂ ਦਾ ਆਊਗਾ, ਟਾਹਲਾ ਸਾਹਿਬ ਤੋਂ, ਗੁਰੂ ਘਰ ਤੋਂ, ਬਾਬਾ ਦੀਪ ਸਿੰਘ ਜੀ ਦਾ ਹੁਕਮ ਉਹ ਨਵਾਜਿਆ ਜਾਊਗਾ। ਜੇ ਉਹਨਾਂ ਨੇ ਮੇਰੇ ਵਾਸਤੇ ਕੋਈ ਤਿਆਰੀ ਕਰ ਰੱਖੀ ਹੈ, ਉਹ ਜਾਣਨ, ਉਹਨਾਂ ਦਾ ਕੰਮ ਜਾਣੇ, ਜਿਵੇਂ ਜਿਵੇਂ ਹੁਕਮ ਤੇ ਵਿਕਾਰ। ਬਹੁਤ ਵਧੀਆ। ਤੇ ਹੁਣ ਆਪਾਂ ਥੋੜਾ ਜਿਹਾ ਹਟ ਕੇ ਗੱਲ ਕਰਦੇ ਹਾਂ ਜੀ। ਮੈਨੂੰ ਲੱਗਦਾ ਜਿੱਥੇ ਤੱਕ ਮੇਰੇ ਕੋਲ ਵੀ ਨਹੀਂ ਹੈਗੀ ਆ ਤੁਹਾਡੇ ਪਰਸਨਲ ਲਾਈਫ ਬਾਰੇ ਥੋੜੀ ਆਪਾਂ ਕਰ ਲੈਂਦੇ ਹਾਂ, ਕਿਉਂਕਿ ਆਪਾਂ ਸੀਰੀਅਸ ਗੱਲਾਂ ਦੇ ਨਾਲ ਨਾਲ ਥੋੜਾ ਜਿਹਾ ਆਪਾਂ ਕਰ ਲੈਂਦੇ ਹਾਂ। ਜਿਹੜਾ ਜਿੱਦਾਂ ਆਪਾਂ ਤੁਹਾਡੀ ਲਾਈਫ ਹੈਗੀ ਆ, ਫਿਲਮ ਇੰਡਸਟਰੀ ਦੇ ਵਿੱਚ ਆਏ ਆ, ਬਹੁਤ ਨਾਮ ਕਮਾਇਆ, ਬਹੁਤ ਵਧੀਆ ਕਰੈਕਟਰ ਤੁਸੀਂ ਜਿਹੜੇ ਰੋਲ ਅਦਾ ਕੀਤੇ ਆ। ਉਹ ਤੋਂ ਪਿੱਛੇ ਜਾ ਕੇ ਜਿਹੜੀ ਤੁਹਾਡੀ ਲਾਈਫ ਸ਼ੁਰੂ ਹੁੰਦੀ ਆ ਪੜ੍ਹਾਈ ਲਿਖਾਈ ਦੀ ਆ, ਤੇ ਉਹ ਕਿੱਥੋਂ ਥੋੜੀ ਕੁ ਉਹ ਸਾਡੇ ਦੋਸਤਾਂ ਦੇ ਨਾਲ ਥੋੜਾ ਸ਼ੇਅਰ ਕਰੋ ਆਪਣਾ। ਵੈਸੇ ਤਾਂ ਬਹੁਤ ਵਾਰੀ ਇਹ ਗੱਲ ਕਹੀ ਗਈ ਹੈ, ਬਟ ਮੈਂ ਫਿਰ ਦੁਬਾਰਾ ਤੁਸੀਂ ਪੁੱਛਿਆ ਤਾਂ ਤੁਹਾਨੂੰ ਮੈਂ ਦੁਹਰਾ ਦਿੰਦਾ। ਮੇਰੇ ਫਾਦਰ ਸਾਹਿਬ ਬੜੇ ਤਕੜੇ ਹੰਟਰ, ਮੇਰਾ ਖਿਆਲ ਜਿੰਨਾ ਕਿ ਸ਼ਿਕਾਰ ਉਹਨਾਂ ਨੇ ਖੇਡਿਆ, ਅੱਧਾ ਕਿ ਹਿੰਦੁਸਤਾਨ ਦੇ ਜਾਨਵਰ ਤਾਂ ਮਾਰਦੇ ਹੋਣੇ ਸ਼ੇਰ ਉਹਨਾਂ ਨੇ, ਔਰ ਬਰਬਾਦੀ ਵੀ ਬੜੀ ਹੋਈ। ਉਹਨਾਂ ਦਾ ਵੱਡਾ ਮੁੰਡਾ 19 ਸਾਲ ਦਾ ਗੁਰਚੇਤ ਸਿੰਘ, ਉਹ ਮਤਰੇਈ ਮਾਂ ਨੇ ਜ਼ਹਿਰ ਦੇ ਕੇ ਮਾਰਤਾ। ਸ਼ਿਕਾਰ ਖੇਡਣ ਵਾਲੇ ਬੰਦਿਆਂ ਦੇ ਹਸ਼ਰ ਕੁਝ ਇਸ ਤਰ੍ਹਾਂ ਹੀ ਹੋਇਆ ਕਰਦੇ ਹੈ, ਜਦ ਤੁਸੀਂ ਜਾਨ ਲੈਂਦੇ ਹੋ ਕਿਸੇ ਦੀ ਵੀ, ਜਾਨਵਰ ਹੋਵੇ ਕੋਈ ਹੋਵੇ, ਅਕਾਲ ਪੁਰਖ ਤੁਹਾਨੂੰ ਮਾਫ ਨਹੀਂ ਕਰਿਆ ਕਰਦਾ। ਇਹ ਮੇਰਾ ਵਿਚਾਰ ਹੈ, ਔਰ ਇਸ ਵਿਚਾਰਧਾਰਾ ਨੂੰ ਲੈ ਕੇ ਸੰਤ ਬਾਬਾ ਈਸਰ ਸਿੰਘ ਜੀ ਦੀ ਗੱਲ ਵੀ ਮੇਲ ਖਾਂਦੀ ਹੈ। ਹੁਣ ਉਹਨਾਂ ਦਾ ਘਰ ਬਰਬਾਦ ਹੋ ਗਿਆ, ਉਹਨਾਂ ਦਾ ਮੁੰਡਾ ਚਲਾ ਗਿਆ, ਉਹਨਾਂ ਦੀ ਬੇਟੀ ਦੀ ਸ਼ਾਦੀ ਹੋ ਗਈ ਗੁਰਚੇਤ ਕੌਰ ਦੀ ਗੰਗਾ ਸਿੰਘ ਦੇ ਵੱਡੇ ਮੁੰਡੇ ਨਾਲ, ਸੰਤੋਖ ਸਿੰਘ ਢਿੱਲੋਂ ਨਾਲ। ਤੇ ਹੁਣ ਭੂਆ ਨੇ, ਸਾਰੀਆਂ ਨੇ, ਭੈਣ ਹੋਣਾ ਨੇ ਇਹ ਕਹਿਤਾ ਵੀ ਭਾਈ ਤੇਰਾ ਵਿਆਹ ਕਰਨਾ। ਬਾਪੂ ਸਾਡਾ 60 ਸਾਲ ਦਾ ਹੋਇਆ, ਜੰਗਲਾਂ 'ਚ ਰਹਿੰਦਾ, ਸ਼ਿਕਾਰ ਖੇਡਦਾ, ਨੈਣੀਤਾਲ, ਬਾਜਪੁਰ ਡਿਸਟ੍ਰਿਕਟ ਸਭ 24-2500 ਕਿੱਲੇ, ਸ਼ੇਰ ਮਾਰਦਾ, ਜਿਮ ਕਾਰਬਨ ਨਾਲ ਯਾਰੀ ਸੀ, ਸਰਦਾਰੀ ਤਗੜੀ ਸੀ, ਅੰਗਰੇਜ਼ ਆਉਂਦੇ ਸੀ ਜਾਂਦੇ, ਇਹੋ ਜਿਹੀ ਉਹਨਾਂ ਦੀ ਲਾਈਫ ਸੀ। ਪਰ ਉਹ ਘਰ ਦੇ ਵਿੱਚ ਜਿਹੜੀ ਜਾਇਦਾਦ ਸੀ ਜਾਂ ਹੋਰ ਸੀ, ਪ੍ਰਾਪਰਟੀ ਸੀ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਦੇਖੋ ਲੋਕ ਜਾਇਦਾਦਾਂ ਬਚਾਉਣ ਵਾਸਤੇ, ਪ੍ਰਾਪਰਟੀਆਂ ਬਚਾਉਣ ਵਾਸਤੇ ਪੁੱਤਰ ਮੰਗਦੇ, ਕਿਆ ਗੱਲ ਹੈ। ਮੈਂ ਇਹ ਵੀ ਇੱਕ ਕਮਾਲ ਦੀ ਗੱਲ, ਹਾਊ ਸੈਲਫਿਸ਼ ਦੇ ਆਰ। ਪਰ ਚਲੋ ਉਹਨਾਂ ਨੂੰ ਜੀ ਕਰ ਕਰਾ ਕੇ, ਤੇ ਮੇਰੀ ਮਾਂ ਵਿਚਾਰੀ ਮੋਗੇ ਦੀ, ਰੌਂਤੇ ਪਿੰਡ ਦੀ, ਅਨਪੜ੍ਹ ਔਰਤ ਪਰ ਦੇਵੀ ਔਰਤ, 19 ਸਾਲਾਂ ਦੀ ਸੀ, ਤੇ ਮੇਰੇ ਬਾਪੂ ਦਾ ਵਿਆਹ ਕਰਤਾ। 60 ਸਾਲ ਦੇ ਪਿਤਾ ਜੀ, 19 ਸਾਲ ਦੀ ਮੇਰੀ ਮਾਂ, 12 ਸਾਲ ਜੀ ਘਰ 'ਚ ਕੋਈ ਬੱਚਾ ਨਾ ਹੋਇਆ। ਮੇਰੇ ਮਾਤਾ ਜੀ ਆਸਥਾ 'ਚ ਬਹੁਤ ਬਿਲੀਵ ਕਰਦੇ ਸੀ, ਬਾਪੂ ਜੀ ਬਿਲੀਵ ਨਹੀਂ ਸੀ ਕਰਦੇ। ਉਹਦਾ ਮਰੀ ਜਾਂਦੇ ਨੇ, ਫਲਾਣਾ ਇਹ ਉਹ, ਬਾਬੇ ਬੂਬੇ ਦੇ ਕੋਲ ਜਾਂਦੇ ਰਾਜੀ ਸੀ। ਮੇਰੀ ਮਾਂ ਤੇ ਮੇਰੀ ਭੈਣ ਵੱਡੀ, ਪਹਿਲੇ ਵਿਆਹ 'ਚੋਂ ਜਿਹਦਾ ਵਿਆਹ ਹੋਇਆ, ਉਹ ਅਕਸਰ ਪਿਤਾ ਜੀ ਦੇ ਨਾਲ ਰਿਹਾ ਕਰਦੇ ਸੀ। ਉਹ ਜੀ ਇੱਥੋਂ ਕਨੇਚ ਪਿੰਡ ਆਪਣਾ ਸਾਹਨੇਵਾਲ ਦੇ ਕੋਲ, ਇੱਥੋਂ ਰਾਣਾ ਸਾਹਿਬ ਗੁਰਦੁਆਰਾ 12 ਕਿਲੋਮੀਟਰ, 12 ਮੀਲ ਲਾ ਲਓ। ਸਵੇਰੇ ਜਾਣਾ, ਸ਼ਾਮ ਨੂੰ ਸੇਵਾ ਕਰਕੇ ਮੁੜਨਾ। ਤਾਂ 12 ਸਾਲ ਦਾ ਪਿੰਡਾ ਹੋਇਆ ਜੀ। ਸੰਤ ਈਸਰ ਸਿੰਘ ਜੀ ਬੈਠੇ ਸੀ, ਸੰਗਤ ਬੈਠੀ ਸੀ, ਤੇ ਉਹਨਾਂ ਨੇ ਕਿਹਾ ਭਾਈ ਉਹ ਕਨੇਚ ਦੀਆਂ ਸਰਦਾਰਨੀਆਂ ਨੂੰ ਬੁਲਾ ਕੇ ਲਿਆਓ। ਤਾਂ ਇੱਕ ਸਿੰਘ ਗਿਆ, ਉਹਨਾਂ ਨੇ ਕਿਹਾ ਜੀ ਤੁਹਾਨੂੰ ਬਾਬਾ ਜੀ ਬੁਲਾਉਂਦੇ ਆ। ਮੇਰੀ ਭੈਣ ਚਲੀ ਗਈ ਪਹਿਲਾਂ, ਬੇਟਾ ਬਹਿ ਜਾ, ਕਿਉਂਕਿ ਸੰਤ ਈਸਰ ਸਿੰਘ ਜੀ ਹੋਣੀ ਮੇਰੇ ਫਾਦਰ ਦੇ ਬੜੇ ਚੰਗੇ ਦੋਸਤ ਵੀ ਸੀ। ਲੇਕਿਨ ਸੰਤ ਇੱਕ ਜਗ੍ਹਾ ਹੁੰਦਾ, ਦੋਸਤੀ ਉਹਦੀ ਇੱਕ ਜਗ੍ਹਾ ਹੁੰਦੀ ਹੈ। ਉਹ ਮੇਰੀ ਮਾਤਾ ਜੀ ਨੂੰ ਕਹਿਣ ਲੱਗੇ ਬੈਠੋ ਤੁਸੀਂ ਵੀ, ਤੇ ਕਹਿੰਦੇ ਦੱਸੋ ਗੁਰੂ ਘਰ ਤੋਂ ਕੀ ਚਾਹੀਦਾ, ਤੁਸੀਂ ਇੰਨੀ ਸੇਵਾ ਕਰੀ। ਮੇਰੀ ਭੈਣ ਕਹਿਣ ਲੱਗੀ ਜੀ ਮੇਰਾ ਭਰਾ ਜਿਹੜਾ ਖੋਲਿਆ ਸੀ ਮੈਨੂੰ ਵਾਪਸ ਦੇ ਦਿਓ। ਮੇਰੀ ਮਾਂ ਤੋਂ ਪੁੱਛਿਆ, ਮਾਤਾ ਜੀ ਕਹਿਣ ਲੱਗੇ ਜੀ ਬਜ਼ੁਰਗਾਂ ਦੇ ਲੜ ਤੁਸੀਂ ਲਾਇਆ ਹੈ, ਜੇ ਬੂਟਾ ਲੱਗ ਜੇ ਤਾਂ ਠੀਕ ਨਹੀਂ, ਅੱਗੇ ਤੁਹਾਡੀ ਮਰਜ਼ੀ। ਇੰਨੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਚੰਗਾ ਭਾਈ ਸੰਗਤੋਂ ਅਰਦਾਸ ਕਰੋ, ਤੇ ਆਪ ਭੋਰੇ ਚਲੇ ਗਏ। 2 ਘੰਟੇ ਬਾਅਦ ਆਏ ਤੇ ਆ ਕੇ ਕਹਿਣ ਲੱਗੇ ਬਈ ਅਕਾਲ ਪੁਰਖ ਬਹੁਤ ਖੁਸ਼, ਗੁਰੂ ਘਰ ਬਹੁਤ ਖੁਸ਼ ਹੈ, ਤੇ ਤੁਹਾਨੂੰ ਅਸੀਂ ਬਾਬਾ ਦੀਪ ਸਿੰਘ ਜੀ ਦਾ ਸਿੰਘ ਦਿੰਨੇ ਆ, ਜਿਹੜਾ ਉਹਨਾਂ ਦੇ ਨਾਲ ਸ਼ਹੀਦ ਹੋਇਆ। ਪਰ ਇੱਕ ਬਹੁਤ ਵੱਡੀ ਗੱਲ ਆ ਵੀ ਤੱਤਾ ਬੜਾ ਸੰਗ ਪਹਾੜ ਵਰਗਾ, ਬੋਲਦਾ ਤਾਂ ਡਰਦੇ ਆ ਲੋਕ ਆਲੇ ਦੁਆਲੇ, ਬੋਲਦਾ ਬੜਾ ਸੱਚ ਹੈ, ਕੌੜਾ ਬਹੁਤ ਹੈ, ਕਿਵੇਂ ਸੰਭਾਲੋਗੇ। ਮਾਤਾ ਜੀ ਕਹਿਣ ਲੱਗੇ ਜੀ ਜਿਹੋ ਜਿਹਾ ਹੀ ਹੈਗਾ ਤੁਹਾਡੀ ਮਰਜ਼ੀ ਹੈ। ਕਹਿੰਦੇ ਸੰਭਾਲ ਲਿਓ, ਮੇਰੇ ਸਿੰਘ ਨੂੰ ਖਰਾਬ ਨਾ ਕਰਿਓ, ਜਾਓ ਸਰਦਾਰ ਨੂੰ ਬੁਲਾ ਕੇ ਲਿਆਓ।
ਬਾਪੂ ਜੀ ਨੇ ਬੁਲਾ ਲਿਆ। ਬਾਪੂ ਜੀ ਕਹਿਣ ਲੱਗੇ ਵੀ ਸਰਦਾਰਾ ਤੇਰੇ ਘਰੇ ਮੁੰਡਾ ਦੇਣਾ, ਗੁਰੂ ਦਾ ਹੁਕਮ ਹੋਇਆ, ਤੇ ਆਹ ਗੱਲ ਆ ਬਾਤਾ ਤੱਤਾ ਬੜਾ ਤੂੰ ਦੇਖ ਲਾ, ਮੈਂ ਸਾਰੀ ਗੱਲ ਬੀਬੀਆਂ ਨੂੰ ਸਮਝਾਤੀ, ਤੈਨੂੰ ਵੀ ਸਮਝਾਤੀ, ਪਰ ਇੱਕ ਸ਼ਰਤ ਹੈ, ਤੂੰ ਇੱਥੇ ਕਸਮ ਖਾ ਵੀ ਅੱਜ ਤੋਂ ਮੈਂ ਸ਼ਿਕਾਰ ਨਹੀਂ ਖੇਡੇਂਗਾ। ਠੀਕ। ਹੁਣ ਜੀ ਦੇਖੋ, ਜੇ ਮੈਨੂੰ ਗੁਰੂ ਘਰ ਕਵੇ ਵੀ ਯੋਗਰਾਜ ਸਿੰਘ ਤੂੰ ਆਹ ਕਰਨਾ ਤੇ ਮੈਂ ਹੱਥ ਜੋੜ ਕੇ ਖੜ ਜੂ, ਮੈਂ ਬਾਬਾ ਜੀ ਮੇਰੇ ਬਸ ਦਾ ਨਹੀਂ, ਮੈਂ ਤਾਂ ਇਨਸਾਨੀ ਪਾਪੀ ਆਦਮੀ ਹਾਂ, ਤੁਸੀਂ ਬਖਸ਼ਿਸ਼ ਕਰੋਗੇ ਤਾਂ ਹੋ ਜਾਊਗਾ, ਨਹੀਂ ਮੇਰੇ ਤੋਂ ਨਹੀਂ ਹੁੰਦਾ। ਸਰਦਾਰ ਜੀ ਕਹਿੰਦੇ ਆ ਕੋਈ ਗੱਲ ਨਹੀਂ, ਸੌ ਖਾ ਲਈ ਵੀ ਮੈਂ ਤੋਂ ਸ਼ਿਕਾਰ ਨਹੀਂ ਖੇਡਦਾ। ਉਹ ਕਹਿੰਦੇ ਜਾਓ ਫਿਰ ਸਾਲ ਬਾਅਦ ਫਲਾਣੇ ਟਾਈਮ ਫਲਾਣੇ ਦਿਨ ਤੁਹਾਡੇ ਘਰੇ ਸਾਡਾ ਸਿੰਘ ਪੈਦਾ ਹੋਊਗਾ, ਆ ਉਹਦਾ ਨਾਮ ਰੱਖਣਾ, ਉਹਦੀ ਗੱਲ ਆ ਬਾਤ ਆ, ਸ਼ਕਲ ਆ, ਸੂਰਤ ਆ, ਮੇਰੀ ਸੋਟੀ ਤਾਂ ਮੇਰੀ ਕੰਬਲੀ ਦੇ ਦਿਓ। ਉਸ ਤਰ੍ਹਾਂ ਹੀ ਹੋਇਆ ਜੀ। ਹੁਣ ਬਜਾਏ ਜਦ ਮੈਂ ਪੈਦਾ ਹੋਇਆ ਵੀ ਮੇਰੀ ਮਾਂ ਬਾਬਾ ਜੀ ਕੋਲ ਆਈ, ਸਿੱਧੇ ਯੂਪੀ ਚਲੇ ਗਏ, ਚਲੋ ਸ਼ਿਕਾਰ ਖੇਡਣ ਚਲੀ ਗਈ। ਮਾਤਾ ਜੀ ਕਹਿਣ ਲੱਗੇ ਤੁਸੀਂ ਕਿਹਾ ਸੀਗਾ ਬਾਬਾ ਜੀ ਵੀ ਸ਼ਿਕਾਰ ਨਹੀਂ ਖੇਡਣਾ। ਉਹ ਕਹਿੰਦੇ ਤੂੰ ਛੱਡ ਪਰੇ ਚੱਲ, ਤੂੰ ਰੱਬ ਨੇ ਦਿੱਤਾ, ਕੋਈ ਬਾਬੇ ਨੇ ਥੋੜੀ ਦਿੱਤਾ। ਏਦਾਂ ਦੀਆਂ ਗੱਲਾਂ ਵਾਰਤਾਲਾਪ ਅਕਸਰ ਕਰਦੇ ਹੁੰਦੇ ਸੀ। ਚਲੇ ਗਏ ਜੀ ਉੱਥੇ, ਸ਼ਿਕਾਰ ਖੇਡਣਾ ਸ਼ੁਰੂ ਕੀਤਾ। 1 ਸਾਲ ਚ ਅੰਨੇ ਹੋ ਗਏ, ਅੱਖਾਂ ਗਈਆਂ ਖਤਮ, ਬਲਾਈਂਡ ਹੋ ਗਏ ਤੇ ਡਿੱਗ ਪਏ। ਹੁਣ ਮਾਤਾ ਜੀ ਸੰਭਾਲ ਰਹੇ, ਮੇਰੀ ਭੈਣ ਸੰਭਾਲ ਰਹੀ ਹੈ, ਮੈਂ ਨਿੱਕਾ ਜਿਹਾ ਸਾਲ ਦਾ ਗੋਦ ਚ। ਤੇ ਮਾਤਾ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ, ਤੇ ਰੋਣ ਲੱਗ ਗਏ। ਫਿਰ ਬਾਪੂ ਜੀ ਕਹਿੰਦੇ ਮੈਨੂੰ ਲੈ ਕੇ ਚੱਲ ਬਾਬਾ ਜੀ ਕੋਲ। ਫਿਰ ਬਾਬਾ ਜੀ ਕੋਲ ਗਏ ਤੇ ਬਾਬਾ ਜੀ ਬਹੁਤ ਗੁੱਸੇ ਚ ਬੈਠੇ ਸੀ, ਬਹੁਤ ਮਨਾਇਆ, ਬਹੁਤ ਮੱਥੇ ਟੇਕੇ, ਬਹੁਤ ਕੁਛ ਕੀਤਾ। ਬਾਬਾ ਜੀ ਗੁੱਸੇ ਚ ਉੱਠ ਕੇ ਜਾਣ ਲੱਗੇ ਤੇ ਕਹਿਣ ਲੱਗੇ ਅੱਖਾਂ ਤਾਂ ਤੇਰੀਆਂ ਹੋ ਜਾਣੀਆਂ ਠੀਕ ਸਰਦਾਰਾ, ਪਰ ਆ ਜਿਹੜਾ ਸਾਲ ਦਾ ਗੋਦ ਚ ਪਿਆ ਨਾ, ਇਹ ਹੁਣ ਸਾਰੇ ਦੁੱਖ ਇਹਨੂੰ ਭੋਗਣੇ ਪੈਣੇ। ਮੈਨੂੰ ਦੁੱਖ ਇਸ ਗੱਲ ਦਾ ਕਿ ਮੇਰੇ ਸਿੰਘ ਦੀ ਜ਼ਿੰਦਗੀ ਤੂੰ ਰੋਲ ਕੇ ਰੱਖਦੀ। ਇੰਨੀ ਗੱਲ ਨਾ ਕਿ ਉੱਠ ਕੇ ਚਲੇ ਗਏ, ਉਸ ਤੋਂ ਬਾਅਦ ਕਦੇ ਮਿਲੇ ਨਹੀਂ। ਓਕੇ। ਔਰ ਫਿਰ 7 ਸਾਲ ਮੇਰੀ ਪਰਵਰਿਸ਼ ਜੰਗਲਾਂ 'ਚ ਹੋਈ, ਸ਼ੇਰ ਦੇ ਸ਼ਿਕਾਰ। ਬਾਪੂ ਜੀ ਠੀਕ ਹੋ ਗਏ, ਤੰਦਰੁਸਤ ਹੋ ਗਏ, ਭੁੱਲ ਗਏ ਸਾਰਾ ਕੁਝ। ਫਿਰ ਮੈਨੂੰ ਚੰਡੀਗੜ੍ਹ ਲਾਇਆ। ਚੰਡੀਗੜ੍ਹ ਨੂੰ ਬੜਾ ਸ਼ੌਕ ਸੀ, ਮੈਂ ਅੰਗਰੇਜ਼ਾਂ ਦੇ ਵਿੱਚ ਪੜ੍ਹਾਂ, ਮੇਰੀ ਇੰਗਲਿਸ਼ ਪਰਵਰਿਸ਼ ਹੋਵੇ, ਮੈਂ ਇੰਗਲਿਸ਼ ਬੋਲਾਂ। ਇੱਥੇ ਸਾਡੇ ਇੱਕ ਸਕੂਲ ਸੀਗਾ, ਸੇਂਟ ਜੌਨ ਸਕੂਲ ਸੀਗਾ, ਰਨ ਬਾਈ ਦੀ ਆਇਰਿਸ਼ ਬ੍ਰਦਰਸ ਐਂਡ ਨਨਸ, ਸੋ ਆਈ ਵਾਸ ਪੁੱਟ ਇਨ ਦੈਟ ਸਕੂਲ। ਤੇ ਉੱਥੇ ਜੀ ਸਾਡੀ ਉਹ ਨਰਸਰੀ KG ਕਲਾਸ ਤੋਂ ਪਰਵਰਿਸ਼ ਹੁੰਦੀ 18 ਸਾਲ ਮੈਂ ਗੋਰਿਆਂ ਨਾਲ ਰਿਹਾ। ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ, ਕਿਉਂਕਿ ਸਿਖਾਈ ਨਹੀਂ ਉਹਨਾਂ ਨੇ ਕਦੇ। ਪਰ ਮੇਰੇ ਮਾਤਾ ਜੀ ਜਿਹੜੇ ਸੀ, ਉਹਨਾਂ ਦਾ ਬੜਾ ਹੱਥ ਹੈ ਇਸ ਗੱਲ ਦੇ ਵਿੱਚ ਕਿ ਮੈਂ ਪੰਜਾਬੀਅਤ ਨਾਲ ਜੁੜਿਆ ਰਿਹਾ। ਮੈਂ ਆਪਣੇ ਸ਼ਹੀਦਾਂ ਨਾਲ, ਗੁਰੂ ਨਾਲ ਜੁੜਿਆ ਰਿਹਾ। ਸ਼ੁਰੂ ਤੋਂ ਮੇਰਾ ਗੁਰੂ ਨਾਲ ਬੜੀ ਆਸਥਾ, ਸਭ ਕੁਝ ਰਿਹਾ। ਏਦਾਂ ਕਰਦੇ ਕਰਦੇ ਮੈਂ ਵੱਡਾ ਹੋਇਆ ਤੇ ਮੇਰੇ ਫਾਦਰ ਦੀ ਫਿਰ ਡੈਥ ਹੋ ਗਈ ਜਦ ਮੈਂ 24 ਸਾਲ ਦਾ ਸੀ। ਫਿਰ ਮੇਰੀ ਮੈਰਿਜ ਹੋਈ। ਪਰ ਮੈਂ ਤੁਹਾਨੂੰ ਗੱਲ ਇਹ ਕਹਿਣ ਲੱਗਾ ਕਿ ਯੋਗਰਾਜ ਸਿੰਘ ਦੀ ਬਾਇਓਗ੍ਰਾਫੀ ਇਹੋ ਜਿਹੀ ਹੈ ਕਿ ਕਈ ਵਾਰੀ ਲੋਕ ਇਹ ਹੈਰਾਨ ਹੋ ਜਾਂਦੇ ਵੀ ਤੂੰ ਜਿਉਂਦਾ ਕਿਵੇਂ ਹੈ। ਜੋ ਮੇਰੇ ਨਾਲ ਬੀਤੀ ਹੈ, ਹਰੇਕ ਦੀ ਕਹਾਣੀ ਹੈ, ਉਹ ਇੱਕ ਐਸੀ ਕਹਾਣੀ ਹੈ ਕਿ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਬੰਦ ਕਰਾਂ। ਹਰ ਪੰਨੇ ਤੇ ਖੂਨ ਦੇ ਹੰਝੂ ਨੇ, ਹਰ ਪੰਨੇ ਤੇ ਦੁੱਖ ਹੈ, ਹਰ ਪੰਨੇ ਤੇ ਇੱਕ ਮੋੜ ਹੈ। ਸੋ ਲਾਈਫ ਏਦਾਂ ਗਈ। ਇੱਕ ਟਾਈਮ ਐਸਾ ਆਇਆ, ਫੈਮਿਲੀ ਵੀ ਛੱਡ ਕੇ ਚਲੀ ਗਈ, ਬੱਚੇ ਵੀ ਛੱਡ ਕੇ ਚਲੇ ਗਏ। ਸੋ ਉਹ ਕਾਫੀ ਕੁਝ ਹੁਣ ਉਸ ਬਾਇਓਗ੍ਰਾਫੀ 'ਚ ਲਿਖਿਆ ਜਾ ਰਿਹਾ ਹੈ। ਬਾਇਓਗ੍ਰਾਫੀ ਯੋਗਰਾਜ ਸਿੰਘ ਦੀ ਬਣਾਉਣੀ ਹੈ, ਬਾਇਓਗ੍ਰਾਫੀ ਯੁਵਰਾਜ ਸਿੰਘ ਦੀ ਬਣਾਉਣੀ ਹੈ, ਉਹਦੇ ਵਿੱਚ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਬਟ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਮੇਰੀ ਕੋਈ ਸ਼ਿਕਾਇਤ ਨਹੀਂ, ਨਾ ਮੇਰੇ ਘਰਦਿਆਂ ਨਾਲ ਸ਼ਿਕਾਇਤ ਹੈ, ਨਾ ਮੇਰੀ ਬੱਚਿਆਂ ਨਾਲ ਸ਼ਿਕਾਇਤ ਹੈ, ਨਾ ਮੇਰੀ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ, ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੇਉ ਅਵਰ ਜਨ, ਮੇਰੇ ਇੱਕ ਸਿੱਧਾ ਜਫੜ। ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕਦਾ, क्योंकि कदे कुछ बात करोगे तो उसमें अपनों का नाम आता है। सो इस करके कुछ चीज़ां टकियां हुई हैं, टकियां चली जान, मेरे नाल ही चलियां जान। बाकी दुनिया नूं मेरी कहानी का पता, थोनू भी पता, सब नूं पता। बट मैनूं इस गल का बड़ा फकर है कि रब ने, मेरी बाबा जी ने हमेशा बांह फड़ के रखी। मेरे माता जी हमेशा मैनूं कहंदे सी, कहंदे डिंपल, मैं तैनूं गल कहनी, मेरा छोटा नाम डिंपल है क्योंकि छोटे हुंदे मेरे ते बड़े खड्डे पैंदे हुंदे सी, ठीक है। ते ओह मैनूं हमेशा कहंदे भी कोई बाबा बहुत बड़ा डांग लै गया, दाड़ा ओहदा, पग बन्नी गोल ते तेरी राखी करदा 24 घंटे। मैनूं एहसास वो अज हुण तक बहुत ज्यादा एहसास होने लग गया। हुण तां इन्नी पावर आ गई, कहीं लगदा मेरे नाल ही तुरे है बाबा दीप सिंह जी महाराज या शहीद जिन्ने भी वो भेजदे ने नाल। उस चीज़ ने मैनूं बड़ा लाइफ दे विच, जे मैं किते डिग्गिया तां मैनूं संभालिया, जे किते मैं रोया तां मैनूं वराया, तो जे मैं कला रह गया तो मेरे ते छां कीती है, तो पाई है तो उन्होंने मैनूं बुक्कल च लिया।
ਉਹ ਜਿਹੜੀ ਐਂਟੀਟੀ, ਉਹ ਜਿਹੜੀ ਪਾਵਰ ਮੇਰੇ ਨਾਲ ਸ਼ੁਰੂ ਤੋਂ ਜਨਮ ਤੋਂ ਹੀ ਚਲੀ ਆ ਰਹੀ ਹੈ, ਕਿਉਂਕਿ ਬਾਬਾ ਜੀ ਨੇ ਗੱਲ ਕਹੀ ਸੀ ਵੀ ਸ਼ਹੀਦਾਂ ਦੇ ਨਾਲ ਹੀ ਰਹਿੰਦੇ ਹੁੰਦੇ ਨੇ ਸ਼ਹੀਦ। ਉਹ ਮੈਨੂੰ ਗਾਈਡ ਕਰਦੇ ਆ ਰਹੇ ਆ, ਉਤਾਰ ਚੜਾਅ ਆਪਣਿਆਂ ਨੇ। ਜਿਹੜੀ ਖਿੜਕੀ ਖੋਲੀ ਉਹਦੇ 'ਚ ਸੱਪ ਬੈਠਾ ਹੈ, ਜਦ ਦੀ ਹੋਸ਼ ਆਈ ਹੈ ਜਿਹੜੀ ਖਿੜਕੀ ਖੋਲੀ ਉਹ 'ਚ ਸੱਪ ਬੈਠਾ, ਭਾਵੇਂ ਆਪਦਾ ਭਾਵੇਂ ਪਰਾਇਆ। ਲੇਕਿਨ ਉਸ ਚੀਜ਼ ਨੂੰ ਕਹਿੰਦੇ ਕਹਿੰਦੇ ਕੁਝ ਬੰਦੇ ਡਿੱਗ ਕੇ ਮਰ ਜਾਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਮੈਨੂੰ ਲੋਕ ਪੁੱਛਦੇ ਤੂੰ ਜਿਉਂਦਾ ਕਿਵੇਂ ਆ? ਮੈਂ ਕਿਹਾ ਜਿਉਂਦਾ ਫਿਰਦਾ। ਕੁਝ ਲੋਕ ਉਹਨੂੰ ਕਿਉਂਕਿ ਕੱਲੀ ਨਾ ਹੋਵੇ ਵਾਣਾ 'ਚ ਲੱਕੜੀ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ, ਕਹਾਵਤ ਆ ਬਹੁਤ। ਪਰ ਮੈਂ ਗੁਰੂਆਂ ਦੇ ਨਾਲ ਜੁੜ ਕੇ ਇੰਨੀ ਪਾਵਰ, ਇੰਨੀ ਸ਼ਕਤੀ ਉਹਨਾਂ ਨੇ ਮੈਨੂੰ ਬਖਸ਼ੀ ਕਿ ਮੈਂ ਚੀਰਦਾ ਹੀ ਚਲਾ ਗਿਆ ਦੁਨੀਆ ਨੂੰ, ਤੇ ਦੁਨੀਆ ਖੜ ਕੇ ਮੈਨੂੰ ਦੇਖਦੀ ਰਹੀ ਵੀ ਹੋ ਕੀ ਰਿਹਾ। ਅੱਜ ਵੀ ਇੱਕ ਨਵਾਂ ਦੌਰ ਸ਼ੁਰੂ ਹੋਇਆ, ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ। ਪਰ ਮੈਂ ਇਸ ਜੀਵਨ ਦੇ ਵਿੱਚ ਇੰਨੀ ਗੱਲ ਤੁਹਾਨੂੰ ਭੈਣ ਜੀ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ਮੈਂ ਇੱਕ ਬੜਾ ਅੱਛਾ, ਨੇਕ, ਭੋਲਾ ਭਾਲਾ, ਦ੍ਰਿੜਤਾ ਵਾਲਾ ਇਨਸਾਨ ਰਿਹਾ। ਇਸ ਕਰਕੇ ਰੱਬ ਨੇ ਮੈਨੂੰ ਫੜ ਕੇ ਇਸ ਧਰਤੀ ਤੇ ਚਲਾਇਆ। ਬਹੁਤ ਵਧੀਆ ਲੱਗਾ। ਤੇ ਜਾਣ ਤੋਂ ਪਹਿਲਾਂ ਇੱਕ ਕਿਸੇ ਫਿਲਮ ਦਾ ਡਾਇਲੌਗ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਮੈਂ ਫਿਲਮ ਦੀ ਗੱਲ ਤੁਸੀਂ ਛੇੜੀ ਨਹੀਂ, ਪਤਾ ਨਹੀਂ ਉਹ ਚੈਪਟਰ ਆਪਾਂ ਰਹਿ ਗਿਆ, ਪਤਾ ਨਹੀਂ ਤੁਸੀਂ ਡਿਸਕਸ ਕਰਨਾ ਚਾਹੁੰਦੇ ਕਿ ਨਹੀਂ। ਉਹ ਵੀ ਇੱਕ ਜ਼ਿੰਦਗੀ, ਜਦ ਮੇਰੇ ਫਾਦਰ ਕਹਿੰਦੇ ਸੀ, ਕਹਿੰਦੇ ਇਹ ਮਰਾਸੀ ਬਹੁਤ ਤਗੜਾ ਹੈ, ਕਹਿੰਦੇ ਸੀ ਹੱਸ ਪੈਣਾ। ਮੈਂ ਅੱਜ ਵੀ ਮਜ਼ਾਕ ਕਰਨ ਦੀ ਮੇਰੀ ਬੜੀ ਆਦਤ ਹੈ, ਮੈਂ ਤਾਂ ਸੀਰੀਅਸਲੀ ਬੈਠਿਆ ਨਹੀਂ ਜਾਂਦਾ। ਬਟ ਮੈਨੂੰ ਕਹਿੰਦੇ ਉਹ ਸਾਡੇ ਭਾਈ ਆਉਂਦੇ ਹੁੰਦੇ ਸੀ ਨਾ ਸੌਣ ਵਾਲੇ, ਫਿਰ ਤੂੰ ਵੀ ਐਂ ਗੱਲ ਕਰਦਾ ਹੈ, ਵਿਟੀਨੈਸ ਹੁੰਦੀ ਹੈ ਬੰਦੇ 'ਚ। ਸੋ ਫਿਲਮ ਇੰਡਸਟਰੀ ਦੇ ਵਿੱਚ ਡਾਇਲੌਗ ਜਿਹੜੇ ਸੀ, ਮੈਂ ਆਪਣੇ ਡਾਇਲੌਗ ਖੁਦ ਆਪ ਲਿਖਦਾ। ਕੁਛ ਮੈਂ ਮਿਹਨਤ ਬਹੁਤ ਕੀਤੀ ਹੈ, ਜਦ ਵੀ ਮੈਂ ਕੋਈ ਵੀ ਕੰਮ ਸ਼ੁਰੂ ਕੀਤਾ। ਜਿਵੇਂ ਕ੍ਰਿਕਟ ਖੇਲੀ, ਬੜੀ ਮਿਹਨਤ ਕੀਤੀ। ਜੇ ਮੈਂ ਐਥਲੈਟਿਕਸ ਕਰਦਾ ਸੀ ਤਾਂ ਬੜੀ ਮਿਹਨਤ ਮੈਂ ਕੀਤੀ। ਔਰ ਮੈਂ ਫਿਲਮ ਇੰਡਸਟਰੀ 'ਚ ਵੀ ਜਦ ਆਇਆ ਤੇ ਮੈਂ ਐਕਟਰ ਤੇ ਮੈਂ ਹੈ ਨਹੀਂ, ਮੈਂ ਧੱਕੇ ਨਾਲ ਰੱਬ ਨੇ ਐਕਟਰ ਬਣਾਇਆ। ਇਹ ਤਾਂ ਗੁਰੂ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੇ ਮੇਰਾ। ਮੈਨੂੰ ਕੁਝ ਨਹੀਂ ਆਉਂਦਾ, ਨਾ ਮੈਨੂੰ ਖੇਡਣਾ ਆਉਂਦਾ, ਨਾ ਕਰਨਾ ਆਉਂਦਾ, ਨਾ ਐਕਟਿੰਗ ਕਰਨੀ ਆਉਂਦੀ, ਨਾ ਚੱਲਣਾ ਆਉਂਦਾ। ਸਭ ਗੁਰੂ ਦੀ ਕਿਰਪਾ ਹੈ। ਮੈਂ ਤਾਂ ਕਈ ਵਾਰੀ ਸੋਚ ਲੈਣਾ ਵੀ ਵਾਹ ਕਮਾਲ ਹੋ ਗਈ, ਤੂੰ ਹੀ ਹੈ। ਸੋ ਡਾਇਲੌਗਸ ਜਿਹੜੇ ਹੈਗੇ ਨੇ ਉਹ ਇੱਕ ਬੜਾ, ਮੈਂ ਸੁਣਾ ਤਾਂ ਨਹੀਂ ਤੁਹਾਨੂੰ ਸਕਦਾ ਕਿਉਂਕਿ ਉਹ ਬਹੁਤ ਵਾਰ ਸੁਣਾਇਆ ਗਿਆ ਤੇ ਬਹੁਤ ਵਾਰ ਲੋਕਾਂ ਨੇ ਸੁਣਿਆ। ਬਟ ਹਾਂ, ਇੰਨਾ ਕੁ ਜ਼ਰੂਰ ਹੈ ਕਿ ਜਿਸ ਕਲਮ ਨਾਲ ਲਿਖਿਆ ਗੁਰੂ ਦਾ ਨਾਮ ਲੈ ਕੇ, ਤੇ ਉਹ ਕਲਮ 'ਚ ਮੈਂ ਕੁਝ ਵੀ ਬੋਲਤਾ, ਕੁਝ ਵੀ ਲਿਖਤਾ, ਭਾਵੇਂ ਉਹ ਮੀਨਿੰਗਲੈਸ ਹੈ, ਭਾਵੇਂ ਉਹਦਾ ਕੋਈ ਮਤਲਬ ਨਹੀਂ ਹੈਗਾ, ਉਹ ਡਾਇਲੌਗ ਬਣ ਗਿਆ। ਜੇ ਮੈਂ ਕੋਈ ਲਾਈਨ ਬੋਲਤੀ, ਉਹ ਕਹਾਣੀ ਬਣ ਗਈ। ਜੇ ਮੈਂ ਕੋਈ ਗੱਲ ਕਹਿਤੀ, ਉਹ ਸੰਸਕਾਰਕ ਰੂਪ ਤੇ ਕਰਮ ਬਣ ਗਿਆ। ਸੋ ਆਈ ਥਿੰਕ ਜੋ ਵੀ ਮੈਂ ਕਰਦਾ, ਡਾਇਲੌਗਸ ਨੇ ਜਾਂ ਜੋ ਵੀ ਨੇ, ਜਾਂ ਸਟੋਰੀ ਰਾਈਟਿੰਗ ਹੈ ਜਾਂ ਕੁਝ ਵੀ ਹੈ, ਇੱਕ ਐਸਾ ਜ਼ਹਿਨ ਟਾਈਮ ਆਉਂਦਾ ਜਦ ਜੋ ਕੁਝ ਬੋਲਦਾ, ਜੋ ਕੁਝ ਕਰਦਾ ਹੁੰਦਾ। ਸਪੋਜ਼ ਜੇ ਤੁਸੀਂ ਮੇਰੀ ਇੰਟਰਵਿਊ ਹੁਣ ਕਰ ਰਹੇ ਹੋ ਜਾਂ ਕਿਤੇ ਆਪਾਂ ਬੈਠ ਕੇ ਗੱਲਾਂ ਕਰੀਏ, ਤਾਂ ਤੁਸੀਂ ਟੇਪ ਰਿਕਾਰਡਰ ਔਨ ਕਰ ਦਿਓ ਤਾਂ ਸ਼ਾਇਦ 5 ਘੰਟੇ 6 ਘੰਟੇ ਮੈਂ ਕੁਝ ਬੋਲ ਜੂੰਗਾ ਜਿਹੜਾ ਮੈਨੂੰ ਕਦੇ ਯਾਦ ਹੀ ਹੈ ਨਹੀਂ। ਦੂਜੀ ਗੱਲ, 2-2, 3-3, 4-4 ਪੇਜਾਂ ਦੇ ਮੈਂ ਡਾਇਲੌਗ ਬੋਲੇ ਜਾਂ ਪੜ੍ਹਨੇ, ਮੈਂ ਕਿਹਾ ਸਾਰੀ ਜ਼ਿੰਦਗੀ ਪੜ੍ਹੇ ਤਾਂ ਹੈ ਨਹੀਂ ਚੰਗੀ ਤਰ੍ਹਾਂ, ਵੀ ਇਹ ਕਿਵੇਂ ਯਾਦ ਹੋਣਗੇ। ਫਿਰ ਗੁਰੂ ਨੂੰ ਅਰਦਾਸ ਕਰਨੀ ਵੀ ਤੇਰੀ ਮਰਜ਼ੀ ਹੈ, ਤਾਂ ਤੁਸੀਂ ਯਕੀਨ ਕਰਨਾ, ਕੋਈ ਇਹਦੇ 'ਚ ਫੜ ਵਾਲੀ ਗੱਲ ਨਹੀਂ, ਕੋਈ ਬੜੱਪਨ ਨਹੀਂ, ਕਿ ਉਹ ਡਾਇਲੌਗ ਆਪੇ ਹੀ ਬਣਦੇ ਜਾਂਦੇ ਸੀ, ਆਪੇ ਹੀ ਨਿਕਲਦੇ ਜਾਂਦੇ ਸੀ। ਫੋਰ ਐਗਜ਼ਾਮਪਲ, ਅਸੀਂ ਇੱਕ ਡਾਇਲੌਗ ਲਿਖਿਆ ਸੀ ਕਿ ਇੱਥੋਂ 40 ਕਿਲੋਮੀਟਰ ਦੂਰ ਸੁੱਕੇ ਰੁੱਖਾਂ ਤੇ ਬੈਠੀਆਂ ਗਿੱਧਾਂ ਨੂੰ ਦੇਖ ਸਕੇ ਕਦੀ, ਜਿੱਥੇ ਕਿਤੇ ਤੇਰੀ ਮਾਂ ਦਾ ਹੱਸਦਾ ਵਸਦਾ ਘਰ ਹੁੰਦਾ ਸੀ। ਅੱਜ ਉੱਥੇ ਸੜੀ ਹੋਈ ਜ਼ਮੀਨ ਦਾ ਇੱਕ ਕਾਲਾ ਕਾਲਾ ਜਿਹਾ ਟੋਟਾ ਜੱਗਿਆ, ਜਿਹਦੀ ਮਿੱਟੀ ਨੂੰ ਵੇਖ ਕੇ ਸਾਹਿਬਾਂ ਆਪਣੇ ਪੰਨੂ ਤੇ ਹੀਰਾ ਆਪਣੇ ਛੱਡ ਕੇ ਮਰ ਗਈਆਂ, ਦਫਨ ਹੋ ਗਈਆਂ, ਫਨਾਹ ਹੋ ਗਈਆਂ। ਅੱਜ ਦਾ ਮਿਰਜ਼ਾ ਪਹਿਲਾਂ ਆਪਣੀ ਮਾਂ ਕੋਲ ਇਹ ਤਾਂ ਪੁੱਛੇ ਕਿ ਜੰਗ ਸਿੰਘ ਦੇ ਸਾਹਮਣੇ ਖੜਨ ਲਈ ਕਿਹੜਾ ਰਿਸ਼ਤਾ ਲੈ ਕੇ ਆਈ ਹੈ। ਉਹ ਕਹਿੰਦਾ ਤੈਨੂੰ ਇੱਥੋਂ ਜਿਉਂਦਾ ਜਾਣ ਦੀ ਇਸ ਕਰਕੇ ਉਮੀਦ ਹੈ ਕਿਉਂਕਿ ਤੂੰ ਉਸ ਰੱਬ ਨੂੰ ਮੰਨਦੀ ਹੈ ਜਿਹੜਾ ਚਿੜੀਆਂ ਕੋਲੋਂ ਬਾਜ ਮਰਵਾ ਦਿੰਦਾ ਹੈ, ਤੇ ਅਸੀਂ ਉਸ ਰੱਬ ਨੂੰ ਮੰਨਦੇ ਹਾਂ ਜਿਹੜਾ ਮੱਝ ਸਿਰਫ ਡਾਂਗ ਵਾਲੇ ਹੱਥ ਦਿੰਦਾ ਹੈ। ਹੁਣ ਹੋਲ ਕਨਸੈਪਟ ਹੈ ਜਿਹੜਾ ਡਾਇਲੌਗ ਦਾ, ਇਟ ਇਜ਼ ਮੀਨਿੰਗਲੈਸ, ਲੇਕਿਨ ਇਹਦਾ ਇੰਪੈਕਟ ਇਹੋ ਜਿਹਾ, ਜੇ ਤੁਸੀਂ ਮੁਗਲ ਆਜ਼ਮ ਦੇਖੀ ਹੋਵੇ ਤਾਂ ਉਹਦੇ ਜਿਹੜੇ ਡਾਇਲੌਗਸ ਨੇ, ਸਕਰੀਨ ਪਲੇ ਨੇ, ਇੰਨੇ ਮਾਸ਼ਾਅੱਲਾ ਇੰਨੇ ਵੱਡੇ ਨੇ ਕਿ ਜੇ ਤੁਸੀਂ 100 ਵਾਰ ਫਿਲਮ ਦੇਖ ਲਓ ਤੁਸੀਂ ਸੁਪਰਸਟਾਰ ਬਣ ਸਕਦੇ ਹੋ ਮੇਰੇ ਹਿਸਾਬ ਨਾਲ। ਸੋ ਆਈ ਥਿੰਕ ਡਾਇਲੌਗਸ ਦੀ ਗੱਲ ਸਿਰਫ ਇਹੀ ਹੈ ਕਿ ਜੋ ਤੁਹਾਡੀ ਆਤਮਾ ਦੇ ਵਿੱਚੋਂ ਕੋਈ ਚੀਜ਼ ਬਾਹਰ ਆਉਂਦੀ ਹੈ, ਸਪਰ ਆਫ ਦ ਮੂਮੈਂਟ ਉਹ ਡਾਇਲੌਗ ਬਣ ਜਾਂਦਾ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਫਿਲਮੀ ਲਾਈਫ ਦੇ ਉੱਤੇ ਨੈਕਸਟ ਟਾਈਮ ਤੁਸੀਂ ਸਾਨੂੰ ਜ਼ਰੂਰ ਟਾਈਮ ਦਿਓਗੇ, ਕਿ ਅੱਜ ਤਾਂ ਆਪਾਂ ਸਪੈਸ਼ਲੀ ਕਿਸਾਨੀ ਸੰਘਰਸ਼ ਨੂੰ ਲੈ ਕੇ ਗੱਲਾਂ ਬਾਤਾਂ ਕਰਨੀਆਂ ਸੀ। ਸੋ ਟਾਈਮ ਦੇਣ ਵਾਸਤੇ ਅੱਜ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਜਿਉਂਦੇ ਵਸਦੇ ਰਹੋ, ਮਹਾਰਾਜ ਤੁਹਾਨੂੰ ਭਾਗ ਲਾਵੇ, ਲੰਬੀਆਂ ਉਮਰਾਂ, ਖੁਸ਼ੀਆਂ ਦੇਵੇ, ਤਰੱਕੀਆਂ ਦੇਵੇ ਬੀਬਾ ਜੀ। ਸਾਰੇ ਯੂਨਿਟ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਹਰ ਇੰਟਰਵਿਊ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ, ਔਰ ਅੱਜ ਵੀ ਇਹ ਗੱਲ ਕਹਿਣਾ ਚਾਹੁੰਦਾ, ਕਈ ਵਾਰੀ ਇੰਟਰਵਿਊ ਕਰਦੇ ਕਰਦੇ ਕੁਝ ਇਹੋ ਜਿਹੇ ਸ਼ਬਦ ਮੂੰਹੋਂ ਨਿਕਲ ਜਾਂਦੇ ਨੇ ਜਾਂ ਕੋਈ ਗੱਲ ਇਹੋ ਜਿਹੀ ਨਿਕਲ ਜਾਂਦੀ ਹੈ, ਤੇ ਮੈਂ ਹਮੇਸ਼ਾ ਹੀ ਤਹਿ ਦਿਲ ਤੋਂ ਮਾਫੀ ਮੰਗਦਾ ਰਹਿਣਾ ਔਰ ਮੰਗਦਾ ਰਹੂੰਗਾ ਕਿ ਕਦੇ ਕੋਈ ਇਹੋ ਜਿਹੀ ਗਲਤੀ ਹੋ ਜਾਏ ਜਿਹਦੇ ਨਾਲ ਤੁਹਾਡਾ ਦਿਲ ਦੁਖੇ, ਜਿਹਦੇ ਤੁਹਾਨੂੰ ਲੱਗੇ ਕਿ ਤੁਹਾਨੂੰ ਸੱਟ ਲੱਗੀ ਹੈ, ਤਾਂ ਮੈਨੂੰ ਹਮੇਸ਼ਾ ਮਾਫ ਕਰ ਦਿਆ ਕਰੋ, ਕਿਉਂਕਿ ਕਈ ਵਾਰੀ ਜਜ਼ਬਾਤਾਂ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਦਰਸ਼ਕ ਇਸ ਗੱਲ ਨੂੰ ਸਮਝਦੇ ਹੋਵੋਗੇ। ਕੋਈ ਵੀ ਗੱਲ ਕਦੇ ਵੀ ਮੇਰੀ ਇੰਟਰਵਿਊ ਦੇ ਵਿੱਚ ਕਿਸੇ ਨਾਲ ਵੀ ਹੋਵੇ ਤਾਂ ਮੈਂ ਜ਼ਰੂਰ ਇਸ ਗੱਲ ਦਾ ਅਹਿਸਾਸ ਕਰਦਾ ਕਿ ਮੇਰੇ ਤੋਂ ਕੋਈ ਵੀ ਐਸਾ ਸ਼ਬਦ ਜਾਂ ਐਸੀ ਗਲਤੀ ਹੋ ਜਾ ਕਰੇ, ਉਹਦੀ ਤਹਿ ਦਿਲ ਤੋਂ ਮਾਫੀ ਮੈਂ ਹਮੇਸ਼ਾ ਹੀ ਮੰਗਦਾ। ਤੇ ਦੋਸਤੋ, ਇਹ ਸੀ ਬਾਨਯੋਗ ਜੋਗਰਾਜ ਸਿੰਘ ਜੀ, ਸਾਡੀ ਪੰਜਾਬ ਦੀ ਸ਼ਾਨ, ਆਨ ਬਾਨ ਤੇ ਸ਼ਾਨ, ਤੇ ਅੱਜ ਕੱਲ ਜੋ ਆਪਣਾ ਹਿੱਸਾ ਯੋਗਦਾਨ ਪਾ ਰਹੇ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਚਾਹਾਂਗੇ ਕਿ ਇਹ ਵੀ ਜਿਹੜਾ ਆਪਣਾ ਯੋਗਦਾਨ ਹੈਗਾ ਆ ਪੰਜਾਬ ਦੇ ਵਿੱਚ ਪਾਉਣ ਅਜੇ ਪੋਲੀਟੀਸ਼ੀਅਨ ਆਣ ਕੇ, ਕਿਉਂਕਿ ਇਦਾਂ ਦੀਆਂ ਹਸਤੀਆਂ ਜਿਹੜੀਆਂ ਹੈਗੀਆਂ ਸਾਨੂੰ ਅੱਜ ਜ਼ਰੂਰਤ ਹੈਗੀ ਆ ਪੰਜਾਬ ਦੇ ਵਿੱਚ ਅੱਗੇ ਲੈ ਕੇ ਆਉਣ ਦੀਆਂ, ਕਿਉਂਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ ਆ, ਪੰਜਾਬ ਦੀ ਪੰਜਾਬੀਅਤ ਨੂੰ ਬਚਾਉਣਾ ਆ, ਤੇ ਇਦਾਂ ਦੀਆਂ ਹਸਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅੱਗੇ ਸਾਨੂੰ ਜਿਹੜਾ ਹੈਗਾ ਲੈ ਕੇ ਆਉਣਾ ਚਾਹੀਦਾ ਆ। ਅੱਜ ਇਹਨਾਂ ਦੇ ਨਾਲ ਬਹੁਤ ਹੀ ਖੁੱਲ੍ਹ ਕੇ ਗੱਲਬਾਤ ਹੋਈ ਆ ਕਿਸਾਨੀ ਅੰਦੋਲਨ ਤੇ ਪੋਲੀਟਿਕਸ ਤੇ ਆਉਣ ਵਾਲੇ ਸਮੇਂ ਵਿੱਚ ਉਮੀਦ ਕਰਦੇ ਹਾਂ ਕਿ ਸਾਨੂੰ ਟਾਈਮ ਦੇਣਗੇ ਆਪਣੀ ਫਿਲਮੀ ਲਾਈਫ ਦੇ ਉੱਤੇ ਵੀ, ਜਿਹੜੀ ਇੰਨਾ ਵਧੀਆ ਕੰਮ ਕੀਤਾ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਅੱਜ ਵਾਸਤੇ ਦੋਸਤੋ ਇੰਨਾ ਕੀ, ਤੇ ਉਮੀਦ ਕਰਦੀ ਹਾਂ ਕਿ ਅੱਜ ਦੀਆਂ ਜੋ ਇਹਨਾਂ ਦੀਆਂ ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਗਈਆਂ ਉਹਨਾਂ ਤੇ ਤੁਸੀਂ ਵੀ ਅਮਲ ਕਰੋਗੇ, ਤੇ ਨਾਲੇ ਉਮੀਦ ਕਰਦੀ ਹਾਂ ਕਿ ਅੱਜ ਦਾ ਐਪੀਸੋਡ ਇਹ ਪਸੰਦ ਆਇਆ ਹੋਊਗਾ। ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਨੈਕਸਟ ਟਾਈਮ ਕਿਸੇ ਹੋਰ ਖੂਬਸੂਰਤ ਸ਼ਖਸੀਅਤ ਦੇ ਨਾਲ। ਤਦ ਤੱਕ ਦੇਖਦੇ ਰਹੋ ਇਸ ਪੰਜਾਬ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।